ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦਿਆਂ ਨੂੰ ਹੋਇਆਂ ਨੂੰ 7 ਸਾਲ ਹੋ ਗਏ ਨੇ, ਪਰ ਹਲੇ ਤੱਕ ਵੀ ਕੋਈ ਸੁਣਵਾਈ, ਕੋਈ ਵੱਡਾ ਐਲਾਨ ਸਰਕਾਰ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਹਾਂ, ਇੱਕ ਥੋੜੀ ਜਿਹੀ ਖਬਰ ਸੁਣੀ ਆ ਕਿ ਮਲਕੇ ਵਿੱਚ ਹੋਏ ਕਾਂਡ ਦੇ ਸੰਬੰਧ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਨੇ, ਪਰ ਜੇ ਅਸੀਂ ਕਹਿ ਦਈਏ ਇਹ ਆਟੇ ਵਿੱਚ ਲੂਣ ਵਾਲੀ ਗੱਲ ਹੋਵੇਗੀ। ਸੋ ਅਸੀਂ ਜਾਂਦੇ ਹਾਂ ਵਾਪਸ, ਜਦੋਂ ਅਕਾਲੀ ਦਲ ਸਰਕਾਰ ਨੇ ਪੰਜਾਬ ਦੇ ਵਿੱਚ ਆਪਣਾ ਰਾਜ ਭਾਗ ਕਾਇਮ ਕੀਤਾ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੇ ਬਰਗਾੜੀ ਮੋਰਚੇ ਦੇ ਕਾਂਡ ਹੋਏ, ਉਸ ਦੇ ਵਿੱਚ ਸਮੇਤ ਸਿੰਘ ਸੈਣੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ 2 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਜ਼ਬਰਦਸਤੀ ਕੀਤੀ ਗਈ। ਉਹਨਾਂ ਦਾ ਜੋ ਰੋਸਮਈ ਧਰਨਾ, ਸ਼ਾਂਤਮਈ ਧਰਨਾ ਸੀ, ਉਸ ਨੂੰ ਖਰਦੇੜ ਦਿੱਤਾ ਗਿਆ, ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਅਸੀਂ ਉਸ ਇਤਿਹਾਸ ਦੇ ਵੱਲ ਨਹੀਂ ਜਾਵਾਂਗੇ ਕਿਉਂਕਿ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਇਸੇ ਹੀ ਗੰਭੀਰ ਮੁੱਦੇ ਉੱਤੇ ਹੋਵੇਗੀ। ਅਸੀਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਬਰ ਛਤਰ ਤਖਤ ਦੇ ਸਿੰਘਾਸਨਾਂ ਦੇ ਮਾਲਕ ਸਮਝਦੇ ਹਾਂ, ਨਮਸਕਾਰ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਦੁਨੀਆ ਦੇ ਵਿੱਚ ਕਰੋੜਾਂ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਰੋਜ਼ਾਨਾ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਅਰਦਾਸਾਂ ਕਰਦੇ ਨੇ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਵਾਹ ਵਾਹ ਗੁਰਬਾਣੀ ਰੱਬ ਦਾ ਰੂਪ ਹੈ। ਸੋ ਅਸੀਂ ਜਦੋਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਸਤਿਕਾਰ ਦੀ, ਤਾਂ ਕੁਝ ਘਟੀਆ ਕਿਸਮ ਦੇ ਲੋਕਾਂ ਨੇ ਇਸ ਦੇ ਨਾਲ ਛੇੜਛਾੜ ਕਰਨ ਦਾ ਬੜਾ ਕੋਝਾ ਯਤਨ ਕੀਤਾ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਹੁਣ ਤੱਕ ਇਸ ਦੇ ਉੱਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹਦੇ ਬਾਰੇ ਵੀ ਗੱਲ ਹੋਵੇਗੀ। ਤੇ ਅੱਜ ਦਾ ਪ੍ਰੋਗਰਾਮ ਹੈ ਸਾਡਾ ਬੇਅਦਬੀਆਂ ਦਾ ਮੁੱਦਾ ਤੇ ਉਸ ਦੇ ਉੱਤੇ ਹੋ ਰਹੀ ਰਾਜਨੀਤੀ ਤੇ ਹੁਣ ਦੀਆਂ ਜਿਹੜੀਆਂ ਘਟਨਾਵਾਂ ਨੇ ਇਸ ਵੇਲੇ ਸਾਡੇ ਸਾਹਮਣੇ ਪੇਸ਼ ਹੋਈਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਆਪਣੇ ਮਹਿਮਾਨਾਂ ਦੇ ਵਿਚਾਰ ਜਾਣਨਾ ਚਾਹਾਂਗਾ। ਸੰਖੇਪ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਫੌਜਾ ਸਿੰਘ ਜੀ ਤੇ ਨਾਲ ਦੀ ਨਾਲ ਡਾਕਟਰ ਗੁਰਇਕਬਾਲ ਸਿੰਘ ਜੀ ਕਾਲੋਂ, ਵਤਨ ਪੰਜਾਬ ਤੋਂ। ਸਾਡੇ ਦੋਹਾਂ ਮਹਿਮਾਨਾਂ ਦਾ ਨਿੱਘਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਪ ਜੀ ਤੋਂ ਆਰੰਭਤਾ ਕਰਦੇ ਹਾਂ ਕਿ ਆਪ ਜੀ ਨੇ ਬੜੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦਾ ਆਪ ਹਿੱਸਾ ਵੀ ਬਣੇ ਹੋ ਔਰ ਸੰਗਤਾਂ ਦੇ ਨਾਲ ਵਿਚਰਦੇ ਵੀ ਰਹੇ ਹੋ। ਸੰਗਤਾਂ ਦੇ ਜੋ ਬਲੁੰਦਰੇ ਹਿਰਦੇ ਸਨ ਤੇ ਇਸ ਵੇਲੇ ਤੱਕ ਜਿਹੜੀਆਂ ਹੁਣ ਦੀਆਂ ਘਟਨਾਵਾਂ ਆਈਆਂ ਨੇ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਬਾਬਾ ਫੌਜਾ ਸਿੰਘ ਜੀ? ਭਾਈ ਸਿੰਦਰਪਾਲ ਸਿੰਘ ਜੀ, ਆਪ ਜੀ ਦਾ ਔਰ ਸਿੱਖ ਚੈਨਲ ਦਾ, ਡਾਕਟਰ ਗੁਰਇਕਬਾਲ ਸਿੰਘ ਜੀ ਕਾਲੋਂ ਸਾਹਿਬ, ਇਹਨਾਂ ਦਾ ਔਰ ਪਿਆਰ ਵਾਲੇ ਜਿੰਨੇ ਸਰੋਤੇ ਨੇ, ਸਰੋਤਿਆਂ ਦਾ ਔਰ ਸਾਰਿਆਂ ਦਾ ਮਾਣ ਸਤਿਕਾਰ ਕਰਦੇ ਹੋਏ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਫਤਿਹ ਗੁਜ਼ਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਿੰਦਰਪਾਲ ਸਿੰਘ ਜੀ, ਗੱਲ ਇਹ ਆ ਕਿ ਦੇਖੋ 1 ਜੂਨ 2015 ਨੂੰ ਸਰੂਪ ਚੋਰੀ ਹੋ ਰਹੇ ਨੇ ਔਰ ਕੋਰਟ ਦੇ ਵਿੱਚ 29 ਜੁਲਾਈ ਨੂੰ ਇੱਕ ਦਰਜ ਹੋ ਰਹੀ ਹੈ ਰਿਪੋਰਟ ਔਰ ਉਦੋਂ ਬਾਅਦ ਜਾ ਕੇ ਪੋਸਟਰ ਲੱਗਦੇ ਆ ਬੁਰਜ ਜਵਾਹਰ ਸਿੰਘ ਵਾਲਾ ਕਿ ਤੁਹਾਡਾ ਗੁਰੂ ਅਸੀਂ ਚੋਰੀ ਕੀਤਾ। ਸਿੱਖ ਜਥੇਬੰਦੀਆਂ ਨੇ ਉਦੋਂ ਹੀ ਕਹਿਤਾ ਸੀ ਵੀ ਇਹਦੀਆਂ ਤਾਰਾਂ ਸਰਕਾਰ ਨਾਲ ਜੁੜਦੀਆਂ ਸਿੱਧੇ ਰੂਪ ਦੇ ਵਿੱਚ ਔਰ ਸਰਸੇ ਵਾਲੇ ਨਾਲ ਜੁੜਦੀਆਂ ਨੇ। ਇੰਨਾ ਕੁਛ ਹੋਣ ਦੇ ਬਾਵਜੂਦ 20 ਅਕਤੂਬਰ 2015 ਨੂੰ ਬਰਗਾੜੀ ਦੇ ਵਿੱਚ ਇਹਦੇ ਦੇ ਪੱਤਰੇ ਖਿਲਾਰੇ ਗਏ ਔਰ ਤੁਸੀਂ ਇਹ ਦੇਖੋ ਉਦੋਂ ਬਾਅਦ ਜਿਹੜੀ ਸਰਕਾਰ ਹੈ, ਸਰਕਾਰ ਸੀ ਅਕਾਲੀ ਸਰਕਾਰ। ਸਰਕਾਰ ਦਾ ਮਤਲਬ ਸੀ ਵਿੱਚ ਆ ਕੇ ਬੈਠਣਾ। ਉਹਨਾਂ ਦੇ ਬਿਆਨ ਸੀ ਸਾਨੂੰ ਕੀੜੀ ਤੁਰੀ ਜਾਂਦੀ ਨਜ਼ਰ ਆਉਂਦੀ ਹੈ ਪੰਜਾਬ 'ਚ। ਜਿਨ੍ਹਾਂ ਨੂੰ ਕੀੜੀ ਤੁਰੀ ਨਜ਼ਰ ਆਉਂਦੀ ਆ ਨਾ, ਆ ਤੁਸੀਂ ਦੇਖੋ ਸਿੱਧੂ ਮੂਸੇਵਾਲਾ ਮਾਰਿਆ, ਉਹ ਗੈਂਗਸਟਰ ਫੜ ਲਏ ਹੁਣ ਤੱਕ, ਜਿਹੜੇ ਤੱਕ ਪਹੁੰਚਣਾ ਸੀ ਪਹੁੰਚ ਕੀਤੀ। ਜਿੱਥੇ ਜਿੱਥੇ ਤੱਕ ਹੁੰਦੀ ਹੈ ਸਰਕਾਰ ਨੇ ਜਿਹੜਾ ਕੰਮ ਕਰਨਾ ਕਰਦੇ ਆ। ਇਹਨੂੰ ਜਾਣ ਬੁੱਝ ਕੇ ਟਾਲਿਆ ਗਿਆ ਤੇ ਸਰਸੇ ਵਾਲੇ ਨੂੰ ਸਪੋਰਟ ਕੀਤੀ, ਸਿੱਖਾਂ ਨੂੰ ਮਾਰਿਆ ਗਿਆ, ਲਤਾੜਿਆ ਗਿਆ ਔਰ ਇੱਥੋਂ ਤੱਕ 2 ਭਰਾਵਾਂ ਤੇ ਰੁਪਿੰਦਰ ਸਿੰਘ ਤੇ ਸੁਖਵਿੰਦਰ ਸਿੰਘ, ਇਹਨਾਂ ਦੇ ਉੱਤੇ FIR ਵੀ ਦਰਜ ਹੋਈ, ਇੰਟਰੋਗੇਸ਼ਨ ਵੀ ਕੀਤਾ ਉਹਨਾਂ ਨੂੰ। ਗੱਲ ਇਹ ਸੀ ਜਿੰਨੀਆਂ ਸਰਕਾਰਾਂ ਆਈਆਂ, ਸਰਕਾਰਾਂ ਦੇਖੋ ਉਦੋਂ ਬਾਦਲ ਸਰਕਾਰ ਸੀ,
ਬਾਦਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਜੀਦਗੀ ਨਾਲ ਨਹੀਂ ਲਿਆ, ਪ੍ਰਗਟ ਗੁਰਾਂ ਕੀ ਦੇਹ ਨਹੀਂ ਸਮਝਿਆ, ਸਾਡੇ ਆਪਣੇ ਸਤਿਗੁਰ ਨਹੀਂ ਸਮਝਿਆ। ਫਰਜ਼, ਧਰਮ, ਇਹ ਜਾਂ ਸ਼ਰਮ, ਤਿੰਨੇ ਚੀਜ਼ਾਂ ਚੋਂ, ਸ਼ਰਮ, ਫਰਜ਼ ਤੇ ਧਰਮ, ਤਿੰਨਾਂ ਚੀਜ਼ਾਂ ਤੋਂ ਇੱਕ ਵੀ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ। ਗੁਰੂ ਵਾਲੇ ਪੰਥ ਵਾਲੇ ਪਾਸੇ ਖੜੇ ਨਹੀਂ। ਸਾਡੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਅਵਤਾਰ ਸਿੰਘ ਮੱਕੜ ਸੀਗੇ ਪ੍ਰਧਾਨ। ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਵੀ ਸਿੱਖਾਂ ਵਿੱਚ ਆ ਕੇ ਕੋਟ ਕਪੂਰੇ ਚੌਂਕ ਵਿੱਚ ਬੈਠੀਏ। ਔਰ ਗ੍ਰਹਿ ਮੰਤਰੀ ਬਾਦਲ ਦਾ ਲੜਕਾ ਸੁਖਬੀਰ ਸਿੰਘ ਬਾਦਲ ਸੀ, ਉਹਨਾਂ ਨੇ ਕੋਈ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਆਪਣੇ ਤੌਰ ਤੇ ਇਹ ਜਿਹੜਾ ਕੰਮ ਇਹਨਾਂ ਨੇ ਫੜਿਆ, ਉਹੀ ਕੈਪਟਨ ਸਰਕਾਰ ਨੇ ਹੱਥ ਵਿੱਚ ਗੁਟਕਾ ਸਾਹ ਫੜ ਕੇ ਦੋ ਮੁੱਦੇ ਸੀ, ਬੇਅਦਬੀਆਂ ਦਾ ਪਹਿਲਾ, ਨਸ਼ੇ ਦਾ ਬਾਅਦ ਵਿੱਚ, ਦੋ ਮੇਨ ਮੁੱਦੇ। ਕੈਪਟਨ ਸਰਕਾਰ ਆਈ, ਮੇਰੇ ਖਿਆਲ ਹੈ ਇਹ ਜਿਹੜੀ ਗਵਰਨਮੈਂਟ ਸੀ 2017 ਤੱਕ ਹੀ ਚੱਲੀ ਆ ਅਕਾਲੀ ਸਰਕਾਰ, ਤੋਂ ਬਾਅਦ ਕੈਪਟਨ ਸਰਕਾਰ ਆ ਰਹੀ ਹੈ ਜੀ। ਔਰ ਕੈਪਟਨ ਸਰਕਾਰ ਨੇ ਵੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਔਰ ਇਹ ਗੱਲ ਕਹੀ, ਮੈਂ 10ਵੇਂ ਪਾਤਸ਼ਾਹ ਦੇ ਚਰਨਾਂ ਦੀ ਸਹੁੰ ਖਾਨਾ। ਇਹ ਬਹੁਤ ਵੱਡੀ ਗੱਲ ਹੈ ਸਿੰਦਰਪਾਲ ਸਿੰਘ ਜੀ, ਇੱਕ ਛੋਟੀਆਂ ਗੱਲਾਂ ਨਹੀਂ, ਇਹ ਲੀਡਰਾਂ ਵਾਸਤੇ ਬਹੁਤ ਛੋਟੀ ਗੱਲ ਹੈ, ਪਰ ਭਾਵਨਾ ਵਾਲਿਆਂ ਵਾਸਤੇ, ਸਰਦਾ ਵਾਲਿਆਂ ਵਾਸਤੇ ਇੱਕ ਵਿਸ਼ਵਾਸ, ਸਾਨੂੰ ਵਿਸ਼ਵਾਸ ਸੀ ਵੀ ਜੇ ਇੱਥੋਂ ਇਨਸਾਫ ਨਹੀਂ ਮਿਲਿਆ ਤਾਂ ਅਗਲਾ ਜਿਹੜਾ ਪੁਆਇੰਟ ਆ, ਆਪਾਂ ਸਰਕਾਰ ਬਦਲ ਕੇ ਦੇਖੀਏ। ਸਰਕਾਰ ਬਦਲੀ ਤਾਂ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਲਾ ਵਾਹਿਗੁਰੂ ਜੀ ਕੀ ਵਰਤੀ ਹੈ। ਮੈਂ ਤਾਂ ਇਹ ਗੱਲ ਕਹੂੰਗਾ, ਜਦੋਂ ਹੱਥ ਵਿੱਚ ਗੁਟਕਾ ਸਾਹ ਫੜ ਕੇ ਸਹੁੰ 10ਵੇਂ ਪਾਤਸ਼ਾਹ ਦੇ ਚਰਨਾਂ ਦੀ ਖਾਧੀ, ਕਿਤੇ ਨਾ ਕਿਤੇ ਇਹ ਪਰਿਵਾਰ ਦੀਆਂ ਜਿਹੜੀਆਂ ਪੁਰਖਿਆਂ ਦੀਆਂ ਗੁਰੂ ਘਰ ਨਾਲ ਪਿੱਛੋਂ ਸੰਬੰਧ ਜੁੜੇ ਹੋਏ ਨੇ, ਇਸ ਕਰਕੇ ਸਿੱਖ ਵਿਸ਼ਵਾਸ ਕਰ ਗਏ। ਇਹ ਇਹਨਾਂ ਦਾ ਵੀ ਇਹੀ ਕੰਮ ਹੋਇਆ। ਉਦੋਂ ਬਾਅਦ ਫਿਰ ਇਹ ਜਿਹੜੀ ਸਰਕਾਰ ਦਾ ਪਲਟਾ ਤਖਤ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਕੇ ਹੋਇਆ, ਕਿਸੇ ਨੂੰ ਸ਼ੱਕ ਨਹੀਂ ਹੋਣੀ ਚਾਹੀਦੀ ਭਾਈ ਸਿੰਦਰਪਾਲ ਸਿੰਘ ਜੀ। ਫਿਰ ਚੰਨੀ ਸਰਕਾਰ ਆ ਗਈ, ਉਹਨੂੰ ਮੰਨਦੇ ਆ, ਉਹਨਾਂ ਕੋਲ ਸਮਾਂ ਥੋੜਾ ਸੀ, ਪਰ ਉਦੋਂ ਪਹਿਲਾਂ ਜੇ ਆਪਾਂ ਲਾਈਏ ਸੁਖਜਿੰਦਰ ਸਿੰਘ ਰੰਧਾਵਾ, ਜਿਹਨਾਂ ਨੂੰ ਮਾਝੇ ਦੇ ਜਰਨੈਲ ਕਾਂਗਰਸ ਦੀ ਕਿਹਾ ਜਾਂਦਾ, ਉਹ ਖੁਦ ਜੇਲ੍ਹ ਮੰਤਰੀ ਰਹੇ ਨੇ। ਉਦੋਂ ਕਹਿੰਦੇ ਸੀ ਸਾਨੂੰ ਕੈਪਟਨ ਚੱਲਣ ਨਹੀਂ ਦੇ ਜਾ ਰਿਹਾ। ਚਲੋ ਮੰਨ ਲੈਣੇ ਕੈਪਟਨ ਨਹੀਂ ਸੀ ਚੱਲਣ ਦੇ ਜਾ ਰਿਹਾ, ਆਪਣੇ ਵੀ ਕੁਝ ਫਰਜ਼ ਤੇ ਧਰਮ ਹੁੰਦੇ ਨੇ ਭਾਈ ਸਿੰਦਰਪਾਲ ਸਿੰਘ ਜੀ, ਆਪਣੇ ਵੀ ਕੁਝ, ਜੇ ਗੁਰੂ ਹੈ ਗੁਰੂ ਦੇ ਉੱਪਰ ਵੀ ਕੁਝ ਨਹੀਂ, ਲੱਖਾਂ ਕੁਰਬਾਨ ਕਰ ਸਕਦੇ ਆਪਾਂ। ਉਦੋਂ ਬਾਅਦ ਚੰਨੀ ਸਰਕਾਰ ਆਈ, ਉਹਨਾਂ ਦਾ ਵੀ ਉਹੀ ਹਾਲ ਹੋਇਆ। ਭਗਵੰਤ ਮਾਨ ਸਰਕਾਰ ਜਿਹੜੀ ਹੈਗੀ ਆਮ ਪਾਰਟੀ ਦੀ, ਇਹਨਾਂ ਨੂੰ ਵੀ ਸ਼ੱਕ ਹੈ ਵੀ ਅਸੀਂ ਪਤਾ ਨਹੀਂ ਕੰਮ ਕਰਨ ਦੇ ਮੁੱਦੇ 'ਚ ਜਾਂ ਭ੍ਰਿਸ਼ਟਾਚਾਰ ਦੇ ਮੁੱਦੇ 'ਚ ਬਣਿਆ। ਗੱਲ ਇਹ ਨਹੀਂ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਦਰ ਸਤਿਕਾਰ ਨੂੰ ਮੁੱਖ ਰੱਖਣਾ ਚਾਹੀਦਾ ਹੈ। ਕਿਸੇ ਸਰਕਾਰ ਨੇ ਸੰਜੀਦਗੀ ਨਾਲ ਨਹੀਂ ਲਿਆ। ਜਿਹੜੀ ਆ ਰਿਪੋਰਟ ਵੀ ਆਈ ਹੈ, ਇਹਨੂੰ ਆਪਣੇ ਅਰਥ ਸ਼ਾਸਤਰੀ ਨੇ, ਕਾਲੋਂ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਕਿਸੇ ਸਰਕਾਰ ਨੇ, ਮੈਂ ਤੁਹਾਡੀ ਗੱਲ ਦਾ ਜਵਾਬ ਹੀ ਦਿੰਦਾ, ਕਿਸੇ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਨੂੰ ਸੰਜੀਦਗੀ ਨਾਲ ਲਿਆ। 400 ਤੋਂ ਵੱਧ ਬੇਅਦਬੀਆਂ ਹੋਈਆਂ। ਜੇ ਕਿਤੇ ਬਰਗਾੜੀ ਵਾਲਿਆਂ ਨੂੰ, ਬੁਰਜ ਜਵਾਰ ਸਿੰਘ ਵਾਲਿਆਂ ਨੂੰ ਸਜ਼ਾ ਮਿਲੀ ਹੁੰਦੀ, ਅਸੀਂ ਦੋ ਸਿੰਘ ਵੀ ਗਵਾਲੇ, ਇੱਕ ਅਜੀਤ ਸਿੰਘ ਜਿਹਦੇ ਚੂਲੇ 'ਚ ਗੋਲੀ ਲੱਗੀ, ਉਹ ਨਕਾਰਾ ਹੋਇਆ ਘਰੇ ਪਿਆ। ਜੇ ਉਦੋਂ ਸਜ਼ਾ ਮਿਲੀ ਹੁੰਦੀ, ਆਹ 400 ਬੇਅਦਬੀਆਂ ਨਹੀਂ ਸੀ ਹੋਣੀਆਂ ਔਰ 4 ਵਾਰ ਸਰਕਾਰ ਡਿੱਗਣੀ ਨਹੀਂ ਸੀ। ਇਹ ਸਾਰੀਆਂ ਨਕਾਮੀਆਂ ਮੌਕੇ ਦੀਆਂ ਸਰਕਾਰਾਂ ਦੀਆਂ ਨੇ, ਮੈਂ ਤਾਂ ਇਹ ਗੱਲ ਕਹੂੰਗਾ ਭਾਈ ਸਿੰਦਰਪਾਲ ਸਿੰਘ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਤੁਸੀਂ ਵਾਕਿਆ ਹੀ ਜਿਹੜੀ ਅਸਲੀ ਤਸਵੀਰ ਪੇਸ਼ ਕੀਤੀ ਹੈ ਤੇ ਨਾਲ ਦੀ ਨਾਲ ਜੋ ਬਾਦਲ ਕਿਆ ਨੇ ਜੋ ਬਿਆਨ ਦਿੱਤੇ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ। ਤੁਸੀਂ ਮੱਕੜ ਸਾਹਿਬ ਦੀ ਗੱਲ ਕੀਤੀ ਆ, ਉਸ ਤੋਂ ਬਾਅਦ ਗੁਰਬਚਨ ਸਿੰਘ ਜੀ ਦੀ ਗੱਲ ਕਰਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਬਿਨਾਂ ਉਸ ਨੂੰ ਸਿਰਸੇਵਾਲ ਨੂੰ ਪੇਸ਼ ਹੋਇਆ, ਉਸ ਨੂੰ ਮਾਫੀ ਦੇ ਦਿੱਤੀ ਕਿ ਫਿਰ ਉਹ ਮਾਫੀ ਵਾਪਸ ਲੈ ਲਈ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਪਹਿਲੀ ਮੇਰੇ ਖਿਆਲ ਇਹ ਗੱਲਬਾਤ ਹੋ ਸਕਦੀ ਆ। ਤੇ ਉਸ ਤੋਂ ਬਾਅਦ ਜੋ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਆ, ਜੋ ਕੈਪਟਨ ਸਾਹਿਬ ਦਾ ਹਸ਼ਰ ਹੋਇਆ ਝੂਠੀਆਂ ਸੌਹਾਂ ਖਾਣ ਦਾ, ਉਹ ਵੀ ਸਾਡੇ ਦਰਸ਼ਕ ਭਲੀ ਭਾਂਤ ਜਾਣਦੇ ਆ। ਤੇ ਮੈਂ ਹੁਣ ਚਾਹਾਂਗਾ ਡਾਕਟਰ ਗੁਰਕਵਾਲ ਸਿੰਘ ਜੀ ਕਾਹਲੋਂ ਵੱਲੋਂ, ਤੇ ਉਹ ਆਪਣੇ ਵਿਚਾਰ ਇਸ ਗੱਲਬਾਤ ਦੀ ਆਰੰਭਤਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ। ਉਸ ਤੋਂ ਬਾਅਦ ਜੋ ਘਟਨਾਵਾਂ ਦਾ ਸਿਲਸਿਲਾ ਚੱਲਿਆ, ਜੋ ਹੁਣ ਦੀ ਇਸ ਵੇਲੇ ਸਰਕਾਰ ਨੇ ਉਹ ਜਾਂਚ ਦੀ ਰਿਪੋਰਟ ਪੇਸ਼ ਕੀਤੀ ਹੈ, ਕਿਹਨੂੰ ਪੇਸ਼ ਕੀਤੀ ਹੈ, ਉਹਦੀ ਅਸੀਂ ਗੱਲ ਅੱਗੇ ਜਾ ਕੇ ਕਰਾਂਗੇ। ਕਾਹਲੋਂ ਸਾਹਿਬ ਜੀ, ਤੁਸੀਂ ਇਸ ਦੇ ਪਿਛੋਕੜ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜੋ ਕਿ ਅਸੀਂ 1 ਜੂਨ ਤੋਂ ਉਸ ਮਨਹੂਸ ਦਿਨ ਤੋਂ 2015 ਦੇ ਤੋਂ ਇਸ ਗੱਲਬਾਤ ਦਾ ਆਰੰਭ ਦੇਖਦੇ ਹਾਂ, ਬੇਅਦਬੀਆਂ ਦਾ ਆਰੰਭ ਦੇਖਦੇ ਹਾਂ। ਕਾਹਲੋਂ ਸਾਹਿਬ ਜੀ।
ਮਾਲ ਸਾਹਿਬ ਬਾਬਾ ਫੌਜਾ ਸਿੰਘ ਜੀ ਨੇ ਧੁਰ ਅੰਦਰ ਦੀ ਪੀੜ ਮਹਿਸੂਸ ਕੀਤੀ ਹੈ ਤੇ ਲੋਕਾਂ ਸਾਹਮਣੇ ਜ਼ਾਹਰ ਕੀਤੀ ਹੈ ਜੀ ਤੇ ਸਿੱਖਾਂ ਦੇ ਮਨਾਂ 'ਚ ਕਿੰਨਾ ਦਰਦ ਹੈ ਤੇ ਕਿੰਨਾ ਸਾਡੇ ਨਾਲ ਅਨਿਆਂ ਹੋਇਆ। ਹੂੰ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਾਪਤਾ ਹੁੰਦਾ ਜਾਂ ਚੋਰੀ ਹੁੰਦਾ। ਹੂੰ 25 ਸਤੰਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਪੋਸਟਰ ਲਾਏ ਜਾਂਦੇ ਆ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਆ ਤੇ ਅਸੀਂ ਇਹਦੀ ਬੇਅਦਬੀ ਵੀ ਕਰਾਂਗੇ, ਉਹਨਾਂ ਵੰਗਾਰ ਕੇ ਕਿਹਾ। ਤੇ ਇਹ ਕੰਮ 12 ਅਕਤੂਬਰ 2015 ਨੂੰ ਉਹਨਾਂ ਨੇ ਬਰਗਾੜੀ ਦੀਆਂ ਗਲੀਆਂ, ਨਾਲੀਆਂ, ਜ਼ਰੂਰੀਆਂ ਤੇ ਗੁਰੂ ਸਾਹਿਬ ਦੇ ਅੰਗ ਖਿਲਾਰ ਕੇ ਕਰ ਵੀ ਦਿੱਤਾ। ਹੁਣ ਇਹ 3 ਕੇਸ ਨੇ ਮਾਲ ਸਾਹਿਬ, ਜਿਨ੍ਹਾਂ ਦੀਆਂ 3 ਅਲੱਗ-ਅਲੱਗ FIRs ਨੇ, ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਨੂੰ ਮਿਕਸਅਪ ਕਰ ਰਹੇ ਆ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੇ ਨਾਲ। ਇਹਨਾਂ ਤਿੰਨਾਂ ਦੇ ਕੰਸੀਕੁਐਂਸਸ ਦੇ ਤੌਰ ਤੇ ਉਹ ਅਗਲੀਆਂ ਗੱਲਾਂ ਵਾਪਰੀਆਂ ਨੇ। 12 ਅਕਤੂਬਰ 2015 ਨੂੰ ਬਰਗਾੜੀ 'ਚ ਬੇਅਦਬੀ ਹੋ ਜਾਂਦੀ ਹੈ। 14 ਅਕਤੂਬਰ 2015 ਨੂੰ ਕੋਟਕਪੂਰਾ ਚੌਂਕ 'ਚ ਧਰਨਾ ਲੱਗ ਜਾਂਦਾ ਤੇ ਉਸ ਧਰਨੇ ਨੂੰ ਖਦੇੜਨ ਲਈ ਲਾਠੀਚਾਰਜ ਹੋ ਜਾਂਦਾ ਤੇ ਉਹਦੇ ਨਾਲ ਜੁੜਦੇ ਮਸਲੇ 'ਚ ਬਹਿਬਲ ਕਲਾਂ ਵਿਖੇ ਗੋਲੀकांड ਹੋ ਜਾਂਦਾ, ਜਿਹਦੇ 'ਚ 2 ਸਿੰਘ ਆਪਣੇ ਕਿਸ਼ਨ ਭਗਵਾਨ ਸਿੰਘ ਜੀ ਤੇ ਸਰਦਾਰ ਗੁਰਜੀਤ ਸਿੰਘ ਜੀ ਦੋਵੇਂ ਸ਼ਹੀਦ ਹੋ ਜਾਂਦੇ ਆ। ਸੋ ਇਹ ਕੁੱਲ ਮਿਲਾ ਕੇ 5 FIRs ਵੱਖਰੀਆਂ ਨੇ ਇਸ ਕੇਸ ਦੇ ਸਬੰਧ 'ਚ, ਜਿਨ੍ਹਾਂ ਵਾਸਤੇ ਵੱਖਰੇ ਕਮਿਸ਼ਨ ਬੈਠੇ ਨੇ, ਵੱਖਰੀਆਂ SITs ਬੈਠੀਆਂ ਨੇ, ਜਿਨ੍ਹਾਂ 'ਚੋਂ ਮੈਂ ਕੁਛ ਦਾ ਜ਼ਿਕਰ ਆਪ ਜੀ ਨਾਲ ਕਰ ਵੀ ਦੇਣਾ ਜੀ ਕਿ 18 ਅਕਤੂਬਰ 2015 ਨੂੰ ਜਦੋਂ ਪੰਜਾਬ 'ਚ ਪੰਥਕ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਇਹਦਾ ਜ਼ਿਕਰ ਬਾਬਾ ਜੀ ਨੇ ਕੀਤਾ ਵੀ ਉਹਨਾਂ ਨੂੰ ਕੀੜੀ ਤੁਰਦੀ ਦਿਖਦੀ ਸੀ। ਉਹਨਾਂ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਐਡੀਸ਼ਨਲ DGP ਸੀ, ਉਹਦੀ ਅਗਵਾਈ 'ਚ SIT ਨਿਯੁਕਤ ਕੀਤੀ, ਲੇਕਿਨ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕੀੜੀ ਨਹੀਂ ਤੁਰਦੀ ਦਿਖੀ, ਉਹਨੂੰ ਰੁਪਿੰਦਰ ਸਿੰਘ ਤੇ ਸਵਿੰਦਰ ਸਿੰਘ ਦਿਖੇ ਅੰਮ੍ਰਿਤਧਾਰੀ ਸਿੱਖ, ਜਿਨ੍ਹਾਂ ਤੇ ਉਹਨਾਂ ਤਸ਼ੱਦਦ ਵੀ ਕਰਾਇਆ। ਔਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਉਸ ਸਮੇਂ ਦੇ ਡਿਪਟੀ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਵੀ ਸੀ, ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਇਹਦੇ ਦੋਸ਼ੀ ਫੜ ਲਏ ਆ ਔਰ ਇਹਨਾਂ ਦੀਆਂ ਜਿਹੜੇ ਤਾਰਾਂ ਬਾਹਰਲੇ ਦੇਸ਼ਾਂ ਨਾਲ ਜੁੜੀਆਂ ਹੋਈਆਂ ਨੇ ਔਰ ਉਹਨਾਂ ਮੁੰਡਿਆਂ ਤੇ ਬੜਾ ਵੱਡਾ ਤਸ਼ੱਦਦ ਢਾਇਆ ਗਿਆ। 26 ਅਕਤੂਬਰ 2015 ਨੂੰ ਪੰਜਾਬ ਸਰਕਾਰ ਆਪਣੇ ਫੈਸਲੇ ਤੋਂ ਪਰਤਦੀ ਆ ਤੇ ਜਿਹੜੀ ਜਾਂਚ ਦਾ ਮੁੱਦਾ ਹੈ CBI ਨੂੰ ਦੇ ਦਿੰਦੀ ਆ। 30 ਜੂਨ 2016 ਨੂੰ ਪੰਜਾਬ ਸਰਕਾਰ ਇੱਕ ਨਵਾਂ ਕਮਿਸ਼ਨ ਕਾਇਮ ਕੀਤਾ ਸੀ ਜੋਰਾ ਸਿੰਘ ਦਾ, ਜਸਟਿਸ ਜੋਰਾ ਸਿੰਘ ਕਮਿਸ਼ਨ। ਉਹ 30 ਜੂਨ 2016 ਨੂੰ ਆਪਣੀ ਰਿਪੋਰਟ ਵੀ ਦੇ ਦਿੰਦਾ, ਪਰ ਉਹ ਰਿਪੋਰਟ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ। ਉਹ ਰਿਪੋਰਟ ਪੰਜਾਬ ਦੀ ਅਸੈਂਬਲੀ ਵਿੱਚ ਵੀ ਉਹਦਾ ਜ਼ਿਕਰ ਚੱਲਦਾ, ਲੇਕਿਨ ਵਾਕਆਊਟ ਕਰਕੇ ਦੌੜਨ ਵਾਲੀ ਗੱਲ ਹੋ ਜਾਂਦੀ ਆ। 14 ਅਪ੍ਰੈਲ 2017 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਆ ਤੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਉਂਦੇ ਆ, ਜਿਹਦੀ ਰਿਪੋਰਟ ਵੀ ਅਸੈਂਬਲੀ 'ਚ ਆ ਜਾਂਦੀ ਕੈਪਟਨ ਸਾਹਿਬ ਦੇ ਹੁੰਦਿਆਂ, ਜਿਹਦੇ ਬਾਰੇ ਬੜਾ ਵੱਡਾ ਵਾਵ ਵੇਲਾ ਖੜਾ ਕੀਤਾ ਗਿਆ ਔਰ ਉਸ ਅਸੈਂਬਲੀ ਸੈਸ਼ਨ ਨੂੰ ਲਾਈਵ ਕੀਤਾ ਗਿਆ ਸੀ। ਆਪ ਜੀ ਨੂੰ ਯਾਦ ਹੋਊਗਾ ਜਦੋਂ ਨਵਜੋਤ ਸਿੰਘ ਸਿੱਧੂ ਝੋਲੀ ਅੱਡ ਕੇ ਇਨਸਾਫ ਮੰਗਦਾ, ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਵਿੰਦਰ ਸਿੰਘ ਬਾਜਵਾ ਝੋਲੀਆਂ ਅੱਡ ਕੇ ਇਨਸਾਫ ਮੰਗਦੇ ਕੈਪਟਨ ਕੋਲੋਂ, ਆਪਣੀ ਸਰਕਾਰ ਕੋਲੋਂ ਹੀ, ਲੇਕਿਨ ਉਹ ਰਿਪੋਰਟ ਕਿਸੇ ਨੇ ਲਾਗੂ ਨਹੀਂ ਕੀਤੀ। ਉਹਦੇ ਵਿੱਚ ਉਹਨੇ ਸਾਰਾ ਕੁਝ ਲਿਖਿਆ ਸੀ, ਜਿਹੜੀ ਗੱਲ ਬਾਬਾ ਜੀ ਕਹਿ ਰਹੇ ਆ, ਜਿੱਧਰ ਇਸ਼ਾਰਾ ਕਰ ਰਹੇ ਉਹ ਇਸ਼ਾਰੇ ਉਹਨੇ ਉੱਧਰ ਬਿਲਕੁਲ ਸਿੱਧੇ ਸਾਬਤ ਕੀਤੇ ਹੋਏ ਆ। 30 ਜੂਨ 2018 ਨੂੰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਵਿਧਾਨ ਸਭਾ 'ਚ ਆ ਜਾਂਦੀ ਹੈ, ਡਿਸਕਸ ਵੀ ਹੋ ਜਾਂਦੀ ਆ ਜੀ। ਤੇ ਹੁਣ ਮਸਲਾ ਇਹ ਆ ਕਿ ਜਿਹੜਾ ਸਾਰਾ ਕੁਝ ਸਾਹਮਣੇ ਆ ਗਿਆ, ਇਹਦੇ ਬਾਅਦ ਫਿਰ 10 ਸਤੰਬਰ 2018 ਨੂੰ ਕੋਟਕਪੂਰਾ ਦੇ ਬਹਿਬਲ ਕਲਾਂ ਗੋਲੀकांड ਜਿਹੜੀ ਆ ਉਹਦੇ ਵਾਸਤੇ ਇੱਕ ਨਵੀਂ ਸਿੱਟ ਬਿਠਾ ਦਿੱਤੀ ਜਾਂਦੀ ਆ ਐਡੀਸ਼ਨਲ DGP ਪ੍ਰਬੋਧ ਕੁਮਾਰ ਦੀ ਅਗਵਾਈ 'ਚ। ਇਸ ਤਰ੍ਹਾਂ ਗਾਂ ਦੀ ਗਾਂ ਸਿੱਟਾਂ ਬਿਠਾਈ ਜਾਂਦੇ ਆ। ਜਿਹੜੀ ਸਿੱਟ ਨੇ ਹੁਣ ਰਿਪੋਰਟ ਦਿੱਤੀ ਆ ਸਰ ਸਿੰਦਰਪਾਲ ਸਿੰਘ ਪਰਮਾਰ ਜਿਹੜੇ IG ਨੇ, ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਜੋ ਸਿਰਫ 3 ਕੇਸਾਂ ਦੇ ਸਬੰਧ ਦਿੱਤੀ ਆ। ਪਹਿਲੀ FIR ਜਿਹਦੇ ਤਹਿਤ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਮਹਾਰਾਜ ਦੇ ਸਰੂਪ ਲਿਜਾਏ ਜਾਂਦੇ ਨੇ, ਲਾਪਤਾ ਕੀਤੇ ਜਾਂਦੇ ਨੇ ਜਾਂ ਚੋਰੀ ਕੀਤੇ ਜਾਂਦੇ ਨੇ। ਦੂਸਰੀ FIR ਜਿਹਦੇ ਵਿੱਚ ਉਹਦਾ ਵਿਖਿਆਨ ਹੈ ਵੀ ਬਰਗਾੜੀ ਦੀਆਂ ਗਲੀਆਂ 'ਚ ਪੋਸਟਰ ਕਿੰਨੇ ਲਾਏ, ਕਿੰਨੇ ਇਸ ਨੂੰ ਵੰਗਾਰ ਦੇ ਰੂਪ 'ਚ ਸਿੱਖਾਂ ਗਾੜੀ ਪੇਸ਼ ਕੀਤਾ। ਤੇ ਤੀਸਰੀ FIR ਵੀ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ 'ਚ ਮਹਾਰਾਜ ਦੀ ਬੇਅਦਬੀ ਕਿੰਨੇ ਕੀਤੀ।
ਇਹ ਸਿਰਫ 3 ਹੀ ਗੱਲਾਂ ਤੱਕ ਸੀਮਿਤ ਰਹਿ ਜਾਂਦੀ ਆ। ਇਹ ਤੋਂ ਜਿਹੜੀ ਅਗਲੀਆਂ ਕੜੀਆਂ ਜੁੜਦੀਆਂ ਨੇ ਬਾਈਬਲ ਕਲਾਂ ਤੇ ਆਪਣੇ ਬੁਰਜ ਜਵਾਹਰ ਸਿੰਘ ਵਾਲਾ ਆਪਣੇ ਬਰਗਾੜੀ ਨਾਲ ਜੀ, ਉਹਦਾ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਹੈ। ਕੋਟਕਪੂਰਾ ਕਾਂਡ ਦਾ ਕੋਈ ਜ਼ਿਕਰ ਨਹੀਂ ਹੈ ਇਹਦੇ ਵਿੱਚ, ਕਿਉਂਕਿ ਇਹ ਗੱਲਾਂ ਨਾਲ ਜੁੜਵੀਆਂ ਨੇ। ਕਿਸੇ ਸਮੇਂ ਆਪ ਜੀ ਨੂੰ ਦੱਸਦਿਆਂ ਸਰਜੀਤ ਆਪਣਾ ਰਖੜਾ ਸੀਗੇ DIG, ਉਹਨਾਂ ਨੇ ਇੱਕ ਇਹ ਸਿੱਟ ਨੂੰ ਬੜੀ ਦੂਰ ਤੱਕ ਲਿੰਕ ਕੀਤਾ ਸੀ ਔਰ ਉਹਨਾਂ ਨੇ ਸਾਬਤ ਕੀਤਾ ਸੀ ਕਿ ਇਹਦਾ ਲਿੰਕ ਕੱਲਾ ਡੇਰਾ ਸਿਰਸਾ ਸੌਦਾ ਨਾਲ ਨਹੀਂ ਹੈ। ਡੇਰਾ ਸਿਰਸਾ ਸੌਦਾ ਨੂੰ ਇਹਦੇ ਚੋਂ ਕੋਈ ਫਾਇਦਾ ਨਹੀਂ ਸੀ ਹੋਣਾ ਜੀ। ਸਵਾਂਗਰ ਚ ਆ ਕੇ ਉਹਨੇ ਕਿਹੜੀ ਪੋਲੀਟੀਕਲ ਪਾਵਰ ਲੈਣੀ ਸੀ, ਉਹਨੇ ਬੇਅਦਬੀ ਕਰਾ ਕੇ ਕਿਹੜੀ ਕੋਈ ਸਿਆਸੀ ਤਾਕਤ ਲੈਣੀ ਸੀ। ਇਹਦਾ ਲਾਭ ਕਿਹਨਾਂ ਨੂੰ ਸੀ? ਜਿਨ੍ਹਾਂ ਨੇ ਆਪਣੀ ਸਿਆਸੀ ਪਾਰੀ ਲੰਬੀ ਕਰਨੀ ਸੀ 25 ਸਾਲ ਤੱਕ, ਜਿਨ੍ਹਾਂ ਨੇ ਆਪਣੀ ਮੌਜੂਦਾ ਸਰਕਾਰ ਦਾ ਧਿਆਨ ਮੁੱਦਿਆਂ ਤੋਂ ਹਟਾ ਕੇ ਲੋਕਾਂ ਨੂੰ ਦੂਜੇ ਪਾਸੇ ਲਾਉਣਾ ਸੀ। ਇਹ ਸਾਰਾ ਕੀਤਾ ਧਰਿਆ ਕਰਾਇਆ ਉਹਨਾਂ ਸਾਬਤ ਕੀਤਾ ਇਹਦੇ ਵਿੱਚ ਵੀ ਇਹ ਸਾਰਾ ਕੁਝ ਕੀਤਾ, ਲੇਕਿਨ ਉਹ ਰਿਪੋਰਟ ਵੀ ਠੰਡੇ ਬਸਤੇ ਪਾ ਦਿੱਤੀ ਗਈ। ਹੁਣ ਜਿਨ੍ਹਾਂ ਨੂੰ ਲਾਭ ਸੀ ਉਹ ਅੱਜ ਕੱਲ ਟੀਵੀ ਦੇ ਉੱਤੇ ਰੋਜ਼ ਡਿਬੇਟ ਕਰ ਰਹੇ ਵੀ ਲੋਕੀ ਸਾਨੂੰ ਵੈਸੇ ਬਦਨਾਮ ਕਰੀ ਜਾਂਦੇ ਸੀ, ਸਾਨੂੰ ਤਾਂ ਕਲੀਨ ਚਿੱਟ ਮਿਲ ਗਈ ਹੈ। ਉਹ ਇੰਨਾ ਵੀ ਨਹੀਂ ਸੋਚ ਰਹੇ ਵੀ ਅਜੇ ਤੱਕ ਤੇ ਫੈਸਲਾ ਹੀ 3 FIR ਦਾ ਆਇਆ ਵਾ। ਜਿਹੜੀ ਜਾਂਚ ਆਈ ਉਹ 3 FIR ਦੀ ਆਈ ਆ। ਬੁਰਜ ਜਵਾਹਰ ਸਿੰਘ ਵਾਲਾ ਤੋਂ ਮਹਾਰਾਜ ਦੇ ਸਰੂਪ ਕਿਸ ਤਰ੍ਹਾਂ ਚੋਰੀ ਹੋਏ, ਉਹਦੇ ਬਾਅਦ ਬਰਗਾੜੀ ਦੀਆਂ ਗਲੀਆਂ 'ਚ ਪੋਸਟਰ ਕਿਸ ਤਰ੍ਹਾਂ ਲੱਗੇ, ਸਰਕਾਰ ਦੀ ਅਣਗਹਿਲੀ ਕੀ ਆ, ਸਰਕਾਰ ਨੂੰ ਕੀੜੀ ਤੁਰਦੀ ਉੱਥੇ ਕਿਉਂ ਨਹੀਂ ਦਿਖੀ, ਕਿਉਂ ਨਹੀਂ ਸਰਕਾਰ ਨੇ ਉੱਥੇ ਕੈਮਰੇ ਲਵਾਏ, ਕਿਉਂ ਨਹੀਂ ਸਰਕਾਰ ਨੇ ਪਹਿਰਾ ਲਵਾਇਆ। ਤੇ ਤੀਸਰੀ ਗੱਲ ਵੀ ਜਿਹੜੀ ਮੁੜ ਕੇ ਉਹਦੇ ਮਗਰੋਂ ਬੇਅਦਬੀ ਹੋ ਜਾਂਦੀ ਆ ਉਹ ਵੀ ਨਹੀਂ ਦਿਖੀ ਉਹਨਾਂ ਨੂੰ। ਉਹਦੇ ਵਾਸਤੇ ਕੋਈ ਉਹਨਾਂ ਨੇ ਪ੍ਰੀਲਿਮਿਨਰੀ ਜਾਂ ਮਤਲਬ ਪ੍ਰਕਾਸ਼ਨਰੀ ਮੈਜਰਸ ਨਹੀਂ ਲਏ। ਇਹ ਸਾਰੀਆਂ ਗੱਲਾਂ 3 ਗੱਲਾਂ ਤੇ ਸਿਰਫ ਆਈ ਆ ਔਰ ਇਹਨਾਂ 3 ਗੱਲਾਂ ਦੇ ਵਿੱਚ ਉਹ ਕਿਤੇ ਨਹੀਂ ਭੱਜ ਸਕਦੇ, ਕਿਉਂਕਿ ਸਰਕਾਰ ਦਾ ਫਰਜ਼ ਹੁੰਦਾ ਦੇਸ਼ ਦੇ ਵਿੱਚ, ਸਟੇਟ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਕੋਈ ਅਣਹੋਣੀ ਘਟਨਾ ਵਾਪਰਨ ਜਾ ਰਹੀ ਹੈ ਤੇ ਉਹਦੇ ਪ੍ਰਬੰਧ ਕਰਨੇ, ਜਿਹੜੇ ਕਿ ਇਹਨਾਂ ਨਹੀਂ ਕੀਤੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਰਿਪੋਰਟ ਆਈ ਹੈ ਇਹਦੇ ਚ ਅਕਾਲੀਆਂ ਨੂੰ ਬਹੁਤੇ ਖੁਸ਼ ਹੋਣ ਦੀ ਲੋੜ ਨਹੀਂ ਹੈ। ਅਜੇ ਬਾਈਬਲ ਕਲਾਂ ਤੇ ਕੋਟਕਪੂਰਾ ਕਾਂਡ ਦੀਆਂ ਰਿਪੋਰਟਾਂ ਜਿਹੜੀਆਂ ਆਉਣ ਵਾਲੀਆਂ ਨੇ ਉਹਨਾਂ ਵਿੱਚ ਬੜਾ ਕੁਝ ਸਾਹਮਣੇ ਆਵੇਗਾ। ਜੀ ਮਾਲ ਸਾਹਿਬ ਜੀ, ਤੁਸੀਂ ਬਹੁਤ ਜ਼ਿਆਦਾ ਵਿਸਥਾਰ ਦੇ ਵਿੱਚ ਜਿਹੜੀ ਆ ਕੱਲੀ ਡੇਟ ਡੀਟੇਲ ਤੁਸੀਂ ਦੱਸੀ ਆ, ਵਿਸਥਾਰ ਦੱਸਿਆ। ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਕਿ ਕੈਪਟਨ ਦੇ ਅਖੀਰਲੇ ਸਮੇਂ ਦੇ ਵਿੱਚ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਟ ਦਾ ਮੁੱਖ ਅਧਿਕਾਰੀ ਬਣਾਇਆ ਤੇ ਜਿਸ ਨੇ ਬੜੀ ਮਿਹਨਤ ਕਰਕੇ, ਬਹੁਤ ਹੀ ਮੁਸ਼ੱਕਤ ਕਰਕੇ ਉਹਨਾਂ ਨੇ ਸਾਰੀ ਜਿਹੜੀ ਜਾਣਕਾਰੀ ਇਕੱਠੀ ਕੀਤੀ। ਬਾਬਾ ਫੌਜਾ ਸਿੰਘ ਜੀ, ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜੋ ਮਿਹਨਤ ਆ ਜਾਂ ਉਸ ਦੀ ਕਾਰਵਾਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸ਼ੁਰੂ ਦੇ ਵਿੱਚ? ਉਸ ਤੋਂ ਬਾਅਦ ਆਪਾਂ ਗੱਲ ਨੂੰ ਫਿਰ ਅੱਗੇ ਤੋਰਦੇ ਹਾਂ। ਬਾਬਾ ਫੌਜਾ ਸਿੰਘ ਜੀ। ਭਾਈ ਸਿੰਦਰਪਾਲ ਸਿੰਘ ਜੀ, ਇਹ ਅਫਸਰ ਚੁਣਿਆ ਗਿਆ, ਇਹਦਾ ਜਿਹੜੇ ਇੱਕ ਰਿਪੋਰਟ ਭਰਦੀ ਹੈ, ਹਮੇਸ਼ਾ ਅਫਸਰਾਂ ਦੀ ਰਿਪੋਰਟ ਭਰਦੀ ਆ। ਇਹਦੀ ਜਿਹੜੀ ਰਿਪੋਰਟ ਹੈ ਬਿਲਕੁਲ ਇਮਾਨਦਾਰ ਤੇ ਸੱਚਾ ਸੁੱਚਾ ਸੁਲਝਿਆ ਹੋਇਆ ਇੱਕ ਅਫਸਰ ਵਜੋਂ ਨੂੰ ਸਿਲੈਕਟ ਕੀਤਾ ਜਾਂਦਾ ਹੈ ਔਰ 467 ਪੰਨਿਆਂ ਦੀ ਇੱਕ ਇਹ ਫਾਈਲ ਤਿਆਰ ਕਰਦੇ ਆ। ਇਹ ਜਿਹੜੀ ਹੈ ਫਾਈਲ ਜਦੋਂ ਤਿਆਰ ਹੁੰਦੀ ਹੈ ਇਹਦੇ ਵਿੱਚ ਬਾਈਬਲ ਕਲਾਂ ਤੇ ਕੋਟਕਪੂਰਾ ਕਾਂਡ, ਜਿਵੇਂ ਕਾਲੋਂ ਸਾਹਿਬ ਡਾਕਟਰ ਸਾਹਿਬ ਨੇ ਦੱਸਿਆ, ਇਹ ਹਜੇ ਸਾਰਾ ਸ਼ਾਮਲ ਹੋਣਾ ਸੀ ਔਰ ਇੱਥੇ ਹੀ ਆ ਕੇ ਇਸ ਤੇ ਰੋਕ ਲਾ ਦਿੱਤੀ ਜਾਂਦੀ ਆ ਔਰ ਇੱਥੋਂ 467 ਪੰਨਿਆਂ ਦੀ ਉਹ ਹੁਣ ਜਿਹੜੀ ਲਾਗੂ ਕੀਤੀ ਗਈ ਆ, ਮਤਲਬ ਜਿਹੜੀ ਸਿੱਖ ਜਥੇਬੰਦੀਆਂ ਨੂੰ ਦਿੱਤੀ ਆ 467 ਪੰਨਿਆਂ ਦੀ ਦਿੱਤੀ ਆ ਰਿਪੋਰਟ, ਉਹਦੇ ਵਿੱਚ ਬਾਈਬਲ ਕਲਾਂ ਤੇ ਕੋਟਕਪੂਰਾ ਕਾਂਡ ਹੈ ਨਹੀਂ। ਇਹ ਗੱਲ ਬਿਲਕੁਲ ਸਹੀ ਆ। ਜੇ ਸਾਰੀਆਂ ਰਿਪੋਰਟਾਂ ਇਕੱਠੀਆਂ ਕੀਤੀਆਂ ਜਾਣ, ਜਸਟਿਸ ਜੋਰਾ ਸਿੰਘ ਜੀ ਦੀ, ਜਸਟਿਸ ਰਣਜੀਤ ਸਿੰਘ ਜੀ ਦੀ ਜਿਹੜੀ ਸਿੱਟ ਸੀਗੀ, ਉਦੋਂ ਬਾਅਦ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਔਰ ਜਿਹੜੇ ਅਫੀਸਰ ਖਟੜਾ ਸਾਹਿਬ ਇਹਨਾਂ ਨੇ ਕੀਤੀ ਹੈ, ਇਹ ਸਾਰੀਆਂ ਰਿਪੋਰਟਾਂ ਇਕੱਠੀਆਂ ਹੋ ਕੇ ਫਿਰ ਇਹਦਾ ਜਾ ਕੇ ਕਿਤੇ ਨਿਚੋੜ ਨਿਕਲਿਆ। ਗੱਲ ਹੈ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੁਸੀਂ ਮੈਨੂੰ ਕਿਹਾ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 10 ਮਿੰਟ ਮੰਗੇ ਵਿਧਾਨ ਸੈਸ਼ਨ ਦੇ ਵਿੱਚ, ਪੰਜਾਬ ਸੈਸ਼ਨ ਸਭਾ ਦੇ ਵਿੱਚ, ਕਿ ਮੈਨੂੰ 10 ਮਿੰਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲਣਾ, ਸਿਰਫ 10 ਮਿੰਟ ਸਾਡੇ ਸਤਿਗੁਰ ਵਾਸਤੇ। ਉੱਥੇ ਕਿੰਨਾ ਕੁ ਸਮਾਂ? 10 ਮਿੰਟ ਮੰਗੇ। ਤੁਸੀਂ ਕਿਸ ਦੀ ਮਾਨਸਿਕਤਾ ਦੇਖੋ, 10 ਮਿੰਟ ਮੰਗੇ ਤੇ 10 ਮਿੰਟ ਦਿੱਤੇ ਨਹੀਂ ਗਏ। ਉਦੋਂ ਬਾਅਦ
ਉਹ ਕਹਿੰਦੇ ਵੀ ਜੇ ਖੁੱਲ ਕੇ ਗੱਲ ਕਰਨੀ ਆ ਤਾਂ 30 ਮਿੰਟ ਚਾਹੀਦੇ ਆ। ਉਹ 30 ਮਿੰਟ ਕਿੱਥੋਂ ਦੇਣੇ ਸੀ? ਇੱਥੋਂ ਸਾਡੀ ਮਾਨਸਿਕਤਾ ਦਾ ਪਤਾ ਲੱਗਦਾ ਹੈ, ਅਸੀਂ ਕਿਹਨੂੰ ਬਚਾਉਣਾ ਚਾਹੁੰਦੇ ਆ ਔਰ ਕਿਹਨੂੰ ਕਿੱਧਰ ਨੂੰ ਅਸੀਂ ਇਹਨੂੰ ਟੇਢਾਪਣ ਕਰਨਾ ਚਾਹੁੰਦੇ ਆ। ਗੁਰੂ ਨਾਲ ਸਾਡਾ ਕਿੰਨਾ ਕੁ ਪਿਆਰ ਹੈ, ਪੰਥ ਨੂੰ ਅਸੀਂ ਧੋਖੇ ਤੇ ਫਰੇਬ ਠੱਗੀ ਵਿੱਚ ਰੱਖ ਰਹੇ ਹਾਂ, ਪੰਥ ਦੇ ਨਾਂ ਤੇ ਵੋਟਾਂ ਬਟੋਰ ਰਹੇ ਹਾਂ। ਔਰ ਜਿਹੜਾ ਅਫੀਸਰ, ਜਿਹੜਾ ਵਿਧਾਇਕ ਸਾਡਾ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਨੂੰ ਬੋਲਣਾ ਚਾਹੀਦਾ ਹੈ, ਇਹ ਸਭ ਤੋਂ ਪਹਿਲਾ ਮੁੱਦਾ ਹੈ। ਇਸ ਮੁੱਦੇ ਕਰਕੇ ਸਰਕਾਰਾਂ ਆਈਆਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਜਦੋਂ ਆਪਣੀ ਸਰਕਾਰ ਆਈ ਹੈ ਤਾਂ 2 ਮੁੱਦੇ ਮੇਨ ਸੀ ਨਸ਼ਿਆਂ ਦਾ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਉੱਥੇ ਫਿਰ ਕਿਤੇ ਜਗ੍ਹਾ ਨਾ ਦੇਣੀ, ਨਾ ਬੋਲਣ ਦੇਣਾ, ਨਾ ਡਿਬੇਟ ਕਰਨੀ, ਇਹ ਕਿਤੇ ਨਾ ਕਿਤੇ ਅੰਦਰਲੀ ਸਾਡੀ ਬੇਈਮਾਨੀ ਆ। ਗੁਰੂ ਨਾਲ ਧਰੋਹ ਹੈ, ਗੁਰੂ ਨਾਲ ਠੱਗੀ ਹੈ, ਪੰਥ ਨਾਲ ਧੋਖਾ ਹੈ। ਔਰ 2 ਦਿਨ ਬਾਅਦ ਰਿਪੋਰਟ ਆਨ ਕਰ ਦਿੱਤੇ ਆ। ਤੁਸੀਂ ਦੇਖੋ ਉਦੋਂ ਬਾਅਦ ਰਿਪੋਰਟ ਆਨ ਹੋ ਜਾਂਦੀ ਹੈ ਔਰ ਸਿੱਖ ਜਥੇਬੰਦੀਆਂ ਨੂੰ ਦਿੱਤੀ ਜਾਂਦੀ ਹੈ ਰਿਪੋਰਟ। ਔਰ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਸਰਕਾਰ ਆਪਣੇ ਧਰਨਿਆਂ ਤੋਂ ਬਚਣ ਵਾਸਤੇ, ਸਾਡਾ ਘਰਾਓ ਨਾ ਹੋਵੇ, ਸਿੱਖ ਜਥੇਬੰਦੀਆਂ ਨੂੰ ਗਲੋਂ ਲਾਉਣ ਵਾਸਤੇ, ਔਰ ਆਪਣੇ ਆਪ ਨੂੰ ਕਿਵੇਂ ਹੀਰੋ ਬਣਾ ਰਹੇ ਨੇ ਸਾਰੇ। ਦੇਖੋ ਆ ਜਿਹੜਾ ਮੱਲਕਿਆਂ ਵਾਲਾ ਆਇਆ ਕੇਸ, ਇਹਦੇ ਵਿੱਚ ਕਾਂਗਰਸ ਕਹਿ ਰਹੀ ਹੈ ਸਾਡੀ ਵਜ੍ਹਾ ਨਾਲ, ਰੌਗਵ ਚੰਡਾ ਕਹਿ ਰਿਹਾ ਸਾਡੀ ਵਜ੍ਹਾ ਨਾਲ ਹੋ ਰਿਹਾ ਹੈ। ਅਲੱਗ-ਅਲੱਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਤੋਂ ਵੀ ਆਪਣਾ ਨਾਮ ਤੇ ਰਾਜਨੀਤੀ ਚਮਕਾਉਣਾ ਚਾਹੁੰਦੇ ਆ। ਸਿਰਫ ਇਹ ਰਾਜਨੀਤੀ ਕਰਨਾ ਚਾਹੁੰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸਿੱਖਾਂ ਨੂੰ ਇਨਸਾਫ ਦੇਣਾ ਨਹੀਂ ਚਾਹੁੰਦੇ। ਔਰ ਇੱਥੋਂ ਦੇਖੋ 2 ਦਿਨ ਬਾਅਦ ਵਿੱਚ ਅਧੂਰੀ ਰਿਪੋਰਟ ਨਸਲ ਕਰ ਦੇਣੀ, ਦੁਨੀਆ ਦੇ ਸਾਹਮਣੇ ਕਰ ਦੇਣੀ, ਇੱਕ ਬਹੁਤ ਵੱਡੀ ਮੂਰਖਤਾ ਮੈਂ ਕਹੂੰਗਾ, ਔਰ ਬਹੁਤ ਵੱਡੀ ਬੇਇਨਸਾਫੀ ਕਹੂੰਗਾ, ਔਰ ਬਹੁਤ ਵੱਡਾ ਧਰੋਹ ਕਹੂੰਗਾ। ਇਹ ਸਰਕਾਰ ਜਿਸ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਨੇ ਕੀਤਾ, ਉਸ ਤਰੀਕੇ ਨਾਲ ਹੀ ਭਾਈ ਸਿੰਦਰਪਾਲ ਸਿੰਘ ਜੀ ਇਹਨਾਂ ਨੇ ਕੀਤਾ। ਇਹਨਾਂ ਦੀ ਨਾਕਾਮੀ ਆ, ਆਪਣੀ ਨਾਕਾਮੀ ਨੂੰ ਛੁਪਾ ਰਹੇ ਨੇ। ਠੀਕ ਹੈ ਜੀ। ਹੁਣ ਬਾਬਾ ਜੀ ਅਸੀਂ ਇੱਕ ਕਾਲ ਲਵਾਂਗੇ, ਉਹਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਜੀ ਕੇਹਰ ਸ਼ਰੀਫ ਜੀ ਵੀ ਬੜੀ ਨਜ਼ਰ ਰੱਖਦੇ ਆ ਜੋ ਪੰਜਾਬ ਦੇ ਵਿੱਚ ਇਹ ਘਟਨਾਵਾਂ ਵਾਪਰ ਰਹੀਆਂ ਨੇ। ਇਸ ਵੇਲੇ ਉਹ ਸਾਡੇ ਨਾਲ ਲਾਈਨ ਉੱਤੇ ਜੁੜੇ ਨੇ ਤੇ ਉਹਨਾਂ ਨੇ ਸਾਰੀ ਰਿਪੋਰਟ ਪੜ੍ਹੀ ਆ, ਕਿਉਂਕਿ ਇਹ ਬਹੁਤ ਹੀ ਇੱਕ ਗੰਭੀਰ ਮੁੱਦਾ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦਾ। ਤੇ ਉਹਦੇ ਲਈ ਅਸੀਂ ਜੁੜਦੇ ਹਾਂ ਸਾਡੇ ਵੀਰ ਕੇਹਰ ਸ਼ਰੀਫ ਜੀ, ਜਿਹੜੇ ਕਿ ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਜੁੜੇ ਹੋਏ ਨੇ। ਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਕੇਹਰ ਜੀ ਤੁਹਾਡਾ ਬਹੁਤ ਹੀ ਨਿੱਘਾ ਤੇ ਹਾਰਦਿਕ ਸਵਾਗਤ ਹੈ ਜੀ ਸਿੱਖ ਚੈਨਲ ਦੇ ਉੱਤੇ। ਸਤਿ ਸ੍ਰੀ ਅਕਾਲ ਚਿੰਦਰ ਜੀ, ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਸੀਂ ਕੇਹਰ ਜੀ ਸਾਰੀਆਂ ਜਿਹੜੀਆਂ ਰਿਪੋਰਟਾਂ ਦੇਖੀਆਂ ਨੇ, ਪੜ੍ਹੀਆਂ ਨੇ, ਸੁਣੀਆਂ ਨੇ, ਤੇ ਤੁਸੀਂ ਆਪਣੇ ਵਿਚਾਰ ਕੀ ਪੇਸ਼ ਕਰਨੇ ਚਾਹੁੰਦੇ ਆ ਜੀ? ਦੇਖੋ ਜਿਹੜਾ ਬੇਅਦਬੀ ਦਾ ਮਾਮਲਾ ਹੈ ਜੀ, ਇਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦੀ ਗੱਲ ਆ। ਉਹਨਾਂ ਨੇ ਚੋਣ ਪ੍ਰਚਾਰ 'ਚ ਲੋਕਾਂ ਨੂੰ ਬਹੁਤ ਹੀ ਭਰੋਸਾ ਦਿਵਾਇਆ ਸੀਗਾ ਕਿ ਅਸੀਂ ਆਉਣ ਤੇ 24 ਘੰਟੇ ਦੇ ਅੰਦਰ ਅੰਦਰ, ਇਹ ਕੇਜਰੀਵਾਲ ਜੀ ਦੀ ਤਕਰੀਰ ਹੈ, ਕਰ ਦਿਆਂਗੇ। ਇਹ 24 ਘੰਟੇ ਦਾ ਤਾਂ ਚਲੋ ਉਹ ਹਰ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਹੁੰਦਾ, ਪਰ ਇਹ ਹੈ ਕਿ ਨਾ ਤਾਂ ਪਹਿਲੇ ਸੈਸ਼ਨ 'ਚ ਤੇ ਨਾ ਇਸ ਵੇਲੇ ਜਿਹੜਾ ਬਜਟ ਦਾ ਸੈਸ਼ਨ ਹੋਇਆ ਉਹਦੇ 'ਚ ਕੋਈ ਗੱਲ ਕੀਤੀ ਗਈ ਹੈ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਬੇਨਤੀ ਕੀਤੀ ਸੀਗੀ ਵਿਧਾਨ ਸਭਾ 'ਚ, ਮੈਨੂੰ 10 ਮਿੰਟ ਬੇਅਦਬੀਆਂ ਤੇ ਬੋਲਣ ਦਿਓ, ਬੋਲਣ ਨਹੀਂ ਦਿੱਤਾ ਗਿਆ। ਉਹਨਾਂ ਨੇ ਦੂਜਾ ਸੁਝਾਅ ਰੱਖਿਆ ਸੀਗਾ ਵੀ ਫਿਰ ਅੱਧੇ ਘੰਟੇ ਲਈ ਇਹਦੇ ਉੱਤੇ ਬਹਿਸ ਹੀ ਕਰਾ ਲਓ, ਉਹ ਵੀ ਕਰਾਈ। ਹੁਣ ਸਰਕਾਰ ਦੀ ਮਨਸ਼ਾ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੇਅਦਬੀਆਂ ਤੋਂ ਪਾਸਾ ਵੱਟਣਾ ਅੱਜ ਸਾਨੂੰ ਕੀ ਦੱਸਦਾ ਹੈ। ਹਾਲਾਂਕਿ ਜਿਹੜੀ ਮਲਕੇ 'ਚ ਹੋਈ ਸੀਗੀ ਬੇਅਦਬੀ, ਉਹਦੇ 3 ਪ੍ਰੇਮੀ ਡੇਰਾ ਪ੍ਰੇਮੀਆਂ ਨੂੰ ਪਰਸੋਂ 3-3 ਸਾਲ ਦੀ ਸਜ਼ਾ ਹੋ ਗਈ ਹੈ। ਦੋ ਵਾਰੀ ਹੋਈ ਹੈ ਸਜ਼ਾ ਉਹਨਾਂ ਨੂੰ 3-3 ਸਾਲ ਦੀ, ਪਰ ਉਹ ਸਜ਼ਾਵਾਂ ਇਕੱਠੀਆਂ ਚੱਲਣੀਆਂ, ਇਸ ਕਰਕੇ ਉਹ 3 ਸਾਲ ਹੀ ਹੈ, ਜੁਰਮਾਨਾ ਵੀ ਹੈ ਨਾਲ। ਖੈਰ ਇਹਨਾਂ ਨੂੰ ਛੱਡੋ। ਹੁਣ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਮੋਦ ਕੁਮਾਰ ਹੋਰਾਂ ਦੀ ਜਿਹੜੀ ਸਿੱਟ ਸੀਗੀ, ਉਹਦੇ ਅਧੀਨ ਜਿੰਨੀ ਵੀ ਉਹਨਾਂ ਨੇ ਤਹਿਕੀਕਾਤ ਕੀਤੀ, ਜਿੰਨੀ ਵੀ ਪੁੱਛਤਾਛ, ਸਾਰਾ ਮਲਬਾ ਇਕੱਠਾ ਕੀਤਾ, ਉਹ ਤਾਂ ਸਾਰਾ ਹੀ ਇਸ ਵੇਲੇ ਜਿਹੜੇ 92 MLA ਬੈਠੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਚੋਂ ਇੱਕੋ ਇੱਕ ਬੰਦਾ ਹੈ ਚੰਦਰ ਜੀ, ਮੈਂ ਫੇਰ ਕਹਿਣਾ, ਇੱਕੋ ਇੱਕ ਬੰਦਾ ਹੈ ਜਿਹਨੂੰ ਬੇਅਦਬੀਆਂ ਬਾਰੇ, ਗੋਲੀ ਕਾਂਡ ਬਾਰੇ A to Z ਪਤਾ ਹੈ।
ਉਸੇ ਬੰਦੇ ਦੀ ਗੱਲ ਨਹੀਂ ਸੁਣੀ ਜਾ ਰਹੀ। ਉਸੇ ਬੰਦੇ ਨੂੰ ਇੱਥੋਂ ਤੱਕ ਕਿ ਮਿਨਿਸਟਰੀ ਤੋਂ ਬਾਹਰ ਰੱਖ ਦਿੱਤਾ। ਇਹ ਪਹਿਲਾਂ ਹੀ ਸਮਝ ਆ ਗਿਆ ਕਿ ਇਸ ਬੰਦੇ ਨੂੰ ਮਿਨਿਸਟਰ ਨਹੀਂ ਬਣਾਉਣਾ ਉਹਨੇ, ਕਿਉਂਕਿ ਜਿਸ ਬੰਦੇ ਨੂੰ ਪਤਾ ਹੈ, ਜਿਹੜਾ ਬੰਦਾ ਚਾਹੁੰਦਾ ਹੈ ਕਿ ਬੇਅਦਬੀਆਂ ਦਾ ਮਾਮਲਾ ਹੱਲ ਹੋਵੇ, ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ ਜਿਹੜੇ ਦੋਸ਼ੀ ਉਹਨੇ ਕੱਢੇ ਆ ਪੁੱਛਤਾਛ। ਕੇਰ ਜੀ, ਇੱਕ ਤੁਹਾਨੂੰ ਨਿੱਕਾ ਜਿਹਾ ਸਵਾਲ। ਹੁਣੇ ਕਾਲੋ ਸਾਹਿਬ ਨੇ ਕਿਹਾ ਕਿ ਜੋ ਹੁਣੇ ਮਲਕੇ ਦੀ ਕੇਸ ਦੀ ਆਈ ਆ, ਖਬਰ ਆਈ ਆ ਕਿ 3 ਦੋਸ਼ੀਆਂ ਨੂੰ, ਡੇਰਾ ਪ੍ਰੇਮੀਆਂ ਨੂੰ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਨੇ। ਔਰ ਦੂਜੀ ਗੱਲ ਹੈ ਕਿ ਤਿੰਨੇ ਪਾਰਟੀਆਂ ਨੇ, ਕਾਂਗਰਸ ਵੀ ਆ, ਅਕਾਲੀ ਵੀ ਆ ਤੇ ਆਮ ਆਦਮੀ ਪਾਰਟੀ ਆ, ਉਹ ਵੀ ਸਿਹਰਾ ਹੱਥਾਂ 'ਚ ਫੜੀ ਫਿਰਦੇ ਆ ਤੇ ਆਪਣੇ ਆਪਣੇ ਸਿਹਰਾ ਉੱਤੇ ਸਿਹਰਾ ਬੰਨਣ ਦੀ ਤਿਆਰੀ ਕਰ ਰਹੇ ਆ। ਤੇ ਕਾਲੋ ਸਾਹਿਬ ਜੀ ਨੇ ਕਿਹਾ ਕਿ ਹਲੇ 3 FIR ਦੀ ਇਹ ਕੇਸ ਜਾਂਚ ਦਾ ਜਾਂ ਫੈਸਲਾ ਆਇਆ ਹੈ, ਹਲੇ ਕਿਸੇ ਅਕਾਲੀਆਂ ਨੂੰ ਬਹੁਤੀ ਖੁਸ਼ ਹੋਣ ਦੀ ਲੋੜ ਨਹੀਂ ਹੈ। ਤੇ ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਇਸ ਵੇਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਕੀ ਸਟੈਂਡ ਹੋਵੇਗਾ, ਤੇ ਅਸੀਂ ਜਿਹੜੇ ਅਮਨ ਪਸੰਦ ਪੰਜਾਬੀ ਲੋਕ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਿਹੜੇ ਹੈਗੇ ਆ, ਸਾਰੀ ਸਿੱਖ ਸੰਗਤ ਹੈਗੀ ਆ, ਉਹਨਾਂ ਦਾ ਕੀ ਸਟੈਂਡ ਹੋਣਾ ਚਾਹੀਦਾ? ਕੇਰ ਜੀ, ਉਹਨਾਂ ਦਾ ਸਟੈਂਡ ਹੋਣਾ ਚਾਹੀਦਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਨਾਲ ਖੜ ਕੇ ਜਿਹੜੀ ਹਾਈ ਕੋਰਟ 'ਚ ਉਹਨਾਂ ਨੇ ਪਟੀਸ਼ਨ ਪਾਈ ਹੋਈ ਆ ਉਹਦੀ ਮਦਦ ਕਰਨ। ਤੇ ਦੂਜੇ ਪਾਸੇ ਜਿਹੜੀ LK ਯਾਦਵ ਤੇ ਨੌਨਿਹਾਲ ਸਿੰਘ ਉਹਨਾਂ ਨੇ ਰਿਪੋਰਟ ਪੇਸ਼ ਕਰਨੀ ਆ ਉੱਥੇ, ਉਹ ਛੇਤੀ ਤੋਂ ਛੇਤੀ ਪੇਸ਼ ਕਰਨ, ਕਿਉਂਕਿ ਇਹ ਤਾਂ ਖੱਟੜਾ ਉਹਨਾਂ ਦੀ ਜਿਹੜੀ ਰਿਪੋਰਟ ਸੀਗੀ ਉਹਦੇ ਤੇ ਆ। ਅਕਾਲੀਆਂ ਤਾਂ ਰੌਲਾ ਪਾਣਾ ਹੀ ਸੀਗਾ, ਕਿਉਂਕਿ ਉਹਨਾਂ ਨੂੰ ਆਸ ਹੈ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਏ। ਉਹ ਰੌਲਾ ਆ, ਬਾਕੀ ਕੁਝ ਨਹੀਂ ਹੈ। ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਵੀ ਕਹਿ ਦਿੱਤਾ ਵੀ ਰੌਲਾ ਹੀ ਹੈ। ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕਾਂ ਨੂੰ ਆਸ ਹੈ ਵੀ ਜਿਹੜਾ ਫੈਸਲਾ ਹੈ ਉਹਨੂੰ ਹਾਈ ਕੋਰਟ ਚ ਲਿਜਾਣ ਔਰ ਪਹਿਲ ਦੇ ਆਧਾਰ ਤੇ ਬੇਅਦਬੀਆਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਹੁਣ ਤੱਕ ਜ਼ਖਮੀ ਕਰਦਾ ਆਇਆ। ਹੁਣ 3 ਮਹੀਨੇ ਤਾਂ ਇਹਨਾਂ ਨੇ ਲਗਾ ਦਿੱਤੇ ਆ। ਅੱਜ ਜਿਹੜਾ ਮੰਤਰੀ ਨੇ ਕਿਹਾ ਕਿ ਅਸੀਂ ਕਰਾਂਗੇ ਕੁਝ, ਪਰ ਜਦੋਂ ਤੱਕ ਨਹੀਂ ਕਰਦੇ ਉਦੋਂ ਤੱਕ ਛੱਕ ਦੇ ਘੇਰੇ 'ਚ ਹੀ ਰਹਿਣਗੇ। ਕੇਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਲਈ। ਆਪ ਜੀ ਤੋਂ ਇੱਥੇ ਹੀ ਆਗਿਆ ਚਾਹੁੰਦੇ ਹਾਂ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਧੰਨਵਾਦ ਜੀ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਕੇਹਰ ਸ਼ਰੀਫ ਜੀ। ਕਾਲੋ ਸਾਹਿਬ ਜੀ, ਬਹੁਤ ਹੀ ਜਿਹੜੀਆਂ ਗੁੰਝਲਦਾਰ ਚੀਜ਼ਾਂ ਨੇ ਮੇਰੇ ਖਿਆਲ ਦੇ ਵਿੱਚ, ਜਿਹੜੀਆਂ ਜਿੰਨੇ ਵੀ ਪੋਲੀਟੀਸ਼ੀਅਨ ਹੈਗੇ, ਜਿਨ੍ਹਾਂ ਅਸੀਂ ਪਾਰਟੀਆਂ ਦੇ ਨਾਮ ਲਏ ਆ, ਕੋਈ ਵੀ ਅਸਲੀ ਤਸਵੀਰ ਹਲੇ ਤੱਕ ਲੋਕਾਂ ਤੱਕ, ਜਿਹੜੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਨੇ, ਕਿਸੇ ਤੱਕ ਵੀ ਨਹੀਂ ਪਹੁੰਚੀ। ਕੀ ਕਹਿਣਾ ਚਾਹੁੰਦੇ ਆ? ਮਾਲ ਸਾਹਿਬ, ਸਿੱਖ ਚੈਨਲ ਤੁਹਾਡੇ ਫੋਰਮ ਰਾਹੀਂ ਹਮੇਸ਼ਾ ਹੀ ਲੋਕਾਂ ਉਹਨਾਂ ਗੱਲਾਂ ਦੀਆਂ ਪਰਤਾਂ ਹੀ ਖੋਲਦੀ ਆਈ ਹੈ ਜਿਹੜੀਆਂ ਕਿਸੇ ਨੇ ਨਹੀਂ ਖੋਲੀਆਂ। ਤੇ ਅੱਜ ਵੀ ਆਪਾਂ ਉਹੀ ਖੋਲਣ ਬੈਠੇ ਆ। ਮਲਕੇ ਕੇਸ ਦੀ ਗੱਲ ਚੱਲਦੀ ਆ ਤੇ ਅਖਬਾਰਾਂ ਭਰੀਆਂ ਪਈਆਂ ਨੇ। ਆਪ ਵਾਲੇ ਕਹਿੰਦੇ ਅਸੀਂ ਇਨਸਾਫ ਦੇ ਦਿੱਤਾ, ਅਕਾਲੀ ਕਹਿੰਦੇ ਅਸੀਂ ਬਰੀ ਹੋ ਗਏ, ਕਾਂਗਰਸੀ ਕਹਿੰਦੇ ਅਸੀਂ ਕਰਤਾ। ਇਹਦੀ ਹਕੀਕਤ ਇਹ ਆ ਕਿ ਇਹ ਕੇਸ ਸਨ 2018 ਦੇ ਵਿੱਚ ਅਦਾਲਤ 'ਚ ਚਲਾ ਗਿਆ ਚਲਾਨ ਹੋ ਕੇ। ਪਹਿਲਾ ਤੇ ਕੁਐਸਚਨ ਹੈ ਵੀ ਜੇ ਮਲਕੇ ਕੇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਛੇਤੀ ਟ੍ਰੇਸ ਹੋ ਕੇ ਕੋਰਟ 'ਚ ਚਲਾ ਗਿਆ ਤੇ ਬਰਗਾੜੀ ਜੋ ਬੁਰਜ ਜਵਾਹਰ ਸਿੰਘ ਵਾਲਾ ਕਿਉਂ ਨਹੀਂ ਗਿਆ, ਇਹ ਕੁਐਸਚਨ ਹੈ। ਦੂਸਰੀ ਗੱਲ, ਜੇ ਮਲਕੇ ਕੇਸ ਦੇ ਵਿੱਚ ਸਜ਼ਾ ਹੋਈ ਆ ਤੇ ਇਹ ਕੋਈ ਆਪ ਸਰਕਾਰ ਨੇ ਨਹੀਂ ਕਰਵਾ ਦਿੱਤੀ 3 ਮਹੀਨਿਆਂ 'ਚ। ਇਹ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਕੇਸ ਚੱਲ ਰਿਹਾ ਸੀ। ਕੋਰਟ ਦੀ ਪ੍ਰਕਿਰਿਆ 'ਚੋਂ ਨਿਕਲ ਕੇ ਸਾਰਾ ਪ੍ਰੋਸੀਜਰ ਪੂਰਾ ਕਰਕੇ ਉਹਨਾਂ ਨੂੰ 3-3 ਸਾਲ ਦੀ ਸਜ਼ਾ ਹੋਈ ਆ ਤੇ ਦੋਨੇ ਸਜ਼ਾਵਾਂ ਇਕੱਠੀਆਂ ਚੱਲਣ ਕਰਕੇ 3 ਸਾਲ ਸਜ਼ਾ ਚੱਲਣੀ ਆ। ਪਹਿਲੀ ਗੱਲ ਤੇ ਸਜ਼ਾ ਬਹੁਤ ਘੱਟ ਹੈ, ਕਿਉਂਕਿ ਇੱਕ ਪਾਸੇ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੰਦਾ ਗੁਰੂ ਮੰਨਦੇ ਆ, ਸਾਬਤ ਸੂਰਤ ਤੇ ਹਕੀਕੀ ਤੌਰ ਤੇ ਜਾਗਦੀ ਜੋਤ ਕਹਿੰਦੇ ਆ, ਤੇ ਫਿਰ ਇਹਦੀ ਸਜ਼ਾ ਵੀ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਮਾਰਨ ਦੀ ਹੁੰਦੀ ਹੈ। ਘੱਟੋ ਘੱਟ ਉਹਦੇ ਬਰਾਬਰ ਤਾਂ ਹੋਣੀ ਚਾਹੀਦੀ ਸੀ। ਇੱਕ ਤੇ ਇਹ ਕੋਰਟ ਦੀ ਜੋ ਵੀ ਕੀਤਾ ਗਿਆ ਧਾਰਾਵਾਂ ਨੇ ਜਾਂ ਕਾਨੂੰਨ ਦੀ ਪ੍ਰਕਿਰਿਆ ਦਾ ਫਾਇਦਾ ਉਠਾਇਆ, ਇਹ ਗਲਤ ਹੈ। ਦੂਸਰੀ ਗੱਲ ਚੱਲੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ, ਜਿਹੜਾ ਬਿਹਾਰ ਦੀ ਉਸ ਧਰਤੀ ਦਾ ਜੰਮਪਲ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਜੰਮੇ ਪਲੇ ਖੇਡੇ। ਉਹਨੇ ਆਪਣਾ ਫਰਜ਼ ਬਖੂਬੀ ਨਿਭਾਇਆ ਤੇ ਮੈਂ ਕਹਾਂਗਾ 117 ਬੰਦਿਆਂ ਦੀ ਅਸੈਂਬਲੀ ਦੇ ਵਿੱਚੋਂ ਸਿਰਫ 2 ਬੰਦੇ ਇਸ ਵਿਸ਼ੇ ਤੇ ਬੋਲੇ ਨੇ, ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਦੂਸਰਾ ਸਾਹਿਬ ਪ੍ਰਤਾਪ ਸਿੰਘ ਬਾਜਵਾ ਜੀ, ਜੋ ਵਿਰੋਧੀ ਧਿਰ ਦੇ ਨੇਤਾ ਨੇ। ਬਾਕੀ 115 ਬੰਦਿਆਂ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਨੇ। ਉਹਨਾਂ ਇਹ ਵੀ ਨਹੀਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸਮਾਂ ਮੰਗ ਰਿਹਾ, ਨੂੰ ਸਮਾਂ ਦੇ ਦਿੱਤਾ ਜਾਵੇ।
ਸਰਦਾਰ ਜੀ। ਕਲਤਾਰ ਸਿੰਘ ਸੰਧਵਾ ਜਿਹੜਾ ਕੋਟਕਪੂਰਾ ਦੇ ਨੇੜੇ ਸੰਧਵਾ ਪਿੰਡ ਦਾ ਵਾਸੀ ਆ ਤੇ ਇਸ ਵੇਲੇ ਸਪੀਕਰ ਹੈ ਪੰਜਾਬ ਅਸੈਂਬਲੀ ਦਾ, ਉਹਦੇ ਕੋਲ ਇੰਨੀ ਹਿੰਮਤ ਨਹੀਂ ਪਈ 15 ਮਿੰਟ ਦਾ ਟਾਈਮ ਵਧਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਸ ਵਿਸ਼ੇ ਦੇ ਵਿਚਾਰ ਸੁਣ ਲੈਂਦਾ। ਇਹਨਾਂ ਨੂੰ ਖਤਰਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸੱਚਾ ਬੰਦਾ ਵਾ, ਇਹਨੇ ਸੱਚ ਬੋਲ ਦੇਣਾ ਵਾ, ਅਸੈਂਬਲੀ 'ਚ ਕੀਤੀ ਗੱਲ ਨੂੰ ਰਿਕਾਰਡ ਕਰਨਾ ਪੈਂਦਾ ਵਾ, ਤੇ ਜੇ ਅਸੈਂਬਲੀ 'ਚ ਗੱਲ ਰਿਕਾਰਡ ਹੋ ਗਈ ਤੇ ਸਰਕਾਰ ਕੋਲ ਗਾੜੀ ਭੱਜਣ ਦਾ ਮੌਕਾ ਨਹੀਂ ਮਿਲਣਾ। ਕਿਉਂਕਿ ਇਹਨਾਂ ਦੀਆਂ ਸੋਚਾਂ ਵੀ ਪੋਲੀਟੀਕਲ ਲਾਹਾ ਲੈਣ ਵਾਲੀਆਂ ਨੇ, ਕੋਈ ਲੋਕਾਂ ਨੂੰ ਇਨਸਾਫ ਦੇਣ ਵਾਲੀਆਂ ਨਹੀਂ। ਸੋ ਮੈਂ ਇੱਕ ਗੱਲ ਕਰਦਾ ਅਕਾਲੀ ਸਰਕਾਰ ਬਾਰੇ ਬਾਲ ਸਾਹਿਬ, ਕਿ ਕਹਿੰਦੇ ਆ ਵੀ ਅਸੀਂ ਬਰੀ ਆ, ਬੜੇ ਕੱਲ ਦੇ ਖੁਸ਼ ਨੇ। ਮੇਰੇ ਇੱਕ ਸਿੱਧਾ ਜਿਹਾ ਸਵਾਲ ਹੈ ਇਹਨਾਂ ਤੋਂ ਕਿ ਸਰਕਾਰ ਇਹਨਾਂ ਦੀ ਸੀ ਤੇ ਬਤੌਰ ਸਿੱਖ ਮੈਂ ਉਹਨਾਂ ਤੋਂ ਜਵਾਬ ਮੰਗਦਾ ਕਿ ਜਿੱਦਣ ਵੀ ਸਵਾਂਗ ਰਚਿਆ ਸੀ ਸੱਸੇ ਵਾਲੇ ਨੇ ਗੁਰੂ ਮਹਾਰਾਜ ਦਾ, ਸਿੱਖ ਕੌਮ ਨੂੰ ਵੰਗਾਰਿਆ ਸੀ, ਕੀ ਇਹ ਤੁਹਾਡੀ ਸਰਕਾਰ ਵੇਲੇ ਨਹੀਂ ਹੋਇਆ? ਕੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਮਹਾਰਾਜ ਦਾ ਸਰੂਪ ਚੋਰੀ ਹੁੰਦਾ, ਇਹ ਤੁਹਾਡੀ ਸਰਕਾਰ ਵੇਲੇ ਨਹੀਂ ਹੋਇਆ? ਕੀ ਬਰਗਾੜੀ ਦੀਆਂ ਗਲੀਆਂ 'ਚ ਪੋਸਟਰ ਲਾ ਕੇ ਵੰਗਾਰਿਆ ਉਹਨਾਂ ਨੇ ਕਿ ਅਸੀਂ ਬੇਅਦਬੀ ਕਰਨੀ ਆ, ਉਹਨੂੰ ਨਹੀਂ ਰੋਕ ਸਕੇ, ਕੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਇਆ? ਫਿਰ ਉਹ ਬੇਅਦਬੀ ਹੋ ਜਾਂਦੀ ਹੈ ਇਹਨਾਂ ਦੀ ਸਰਕਾਰ ਵੇਲੇ, ਕੀ ਇਹਨਾਂ ਦੇ ਸਮੇਂ 'ਚ ਨਹੀਂ ਹੋਈ? ਕੋਟਕਪੂਰੇ 'ਚ ਰੋਸ ਕਰਨ ਵਾਸਤੇ ਲੋਕ ਬੈਠੇ ਨੇ ਸ਼ਾਂਤਮਈ, ਉਹਨਾਂ ਤੇ ਲਾਠੀ ਚਾਰਜ ਹੁੰਦਾ ਬੜਾ ਭਿਅੰਕਰ ਰੂਪ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਆ, ਕੀ ਇਹਨਾਂ ਦੀ ਸਰਕਾਰ 'ਚ ਨਹੀਂ ਹੋਇਆ? ਜੇ ਇਹੋ ਜਿਹੇ ਵਿਸ਼ੇ, ਕੀ ਇਹ ਸਾਰਾ ਕੁਝ ਦੇ ਬਾਵਜੂਦ ਜਿਹੜਾ ਸਵਾਂਗ ਰਚਿਆ ਸੀ ਉਹ ਪੰਜਾਂ ਪਿਆਰਿਆਂ ਤੇ ਦਬਾਅ ਪਾ ਕੇ ਉਹਨੂੰ ਮਾਫੀ ਦਵਾਈ ਗਈ ਸਰਸਾ ਸਾਹਿਬ ਨੂੰ, ਔਰ ਬੜੇ ਘਟੀਆ ਤਰੀਕੇ ਨਾਲ ਵੀ ਉਹਨੂੰ ਪੇਸ਼ ਵੀ ਨਹੀਂ ਕੀਤਾ ਗਿਆ, ਇੱਕ ਲਿਖਤੀ ਚਿੱਠੀ ਭੇਜਤੀ, ਕੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਇਆ? ਤੇ ਇਹ ਇਹਨਾਂ ਗੱਲਾਂ ਤੋਂ ਜਿਹੜੇ ਸਿੰਘ ਸ਼ਹੀਦ ਹੋਏ ਆ, ਇਹ ਉਹਨਾਂ ਦੇ ਘਰਾਂ 'ਚ ਅਫਸੋਸ ਕਰਨ ਤੱਕ ਨਹੀਂ ਗਏ, ਕੀ ਇਹਨਾਂ ਦੇ ਵੇਲੇ ਨਹੀਂ ਹੋਇਆ? ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਦੇ ਅਧੀਨ ਚੱਲਦੀ ਆ, ਉਹਨਾਂ ਨੇ ਕੋਈ ਮਾਇਕ ਸਹਾਇਤਾ ਕੀਤੀ ਉਹਨਾਂ ਦੀ? ਜਿਹੜੇ ਦੋ ਗੁਰਸਿੱਖ ਨਜਾਇਜ਼ ਤੌਰ ਤੇ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਫਸਾ ਕੇ ਕੁਟਵਾ ਕੇ ਸਰੀਰੋਂ ਬੇਕਾਰ ਕਰਤੇ, ਉਹਨਾਂ ਦੀ ਭਰਪਾਈ ਕਿੰਨੇ ਕਰਨੀ ਹੈ? ਕੀ ਇਹਨਾਂ ਦੀ ਸਰਕਾਰ ਦਾ ਫਰਜ਼ ਨਹੀਂ ਸੀ ਬਣਦਾ ਜਾ ਕੇ ਉਹਨਾਂ ਨੇ ਅਫਸੋਸ ਕਰਦੇ? ਇਹ ਪ੍ਰੈਸ ਕਾਨਫਰੰਸਾਂ ਕਰਕੇ ਇਹ ਤੇ ਕਹਿੰਦੇ ਸੀ ਵੀ ਦੋਸ਼ੀ ਆ, ਨਾ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ। ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ, ਦੋਸ਼ੀ ਪੁਲਿਸ ਵਾਲੇ, ਉਹਨਾਂ ਤੇ ਕਾਰਵਾਈ ਕਿੰਨੇ ਕਰਨੀ ਸੀ? ਵੀ ਕੀ ਇਹ ਗੱਲਾਂ ਦਾ ਜਵਾਬ ਅਕਾਲੀ ਸਰਕਾਰ ਨੇ ਨਹੀਂ ਦੇਣਾ ਜਿਹੜੀ ਉਸ ਸਮੇਂ ਸਰਕਾਰ ਸੀ? ਇਸੇ ਤਰ੍ਹਾਂ ਹੀ ਚਲੋ ਜਿਹੜੀ ਕਾਂਗਰਸ ਸਰਕਾਰ ਆਈ ਆ, ਦੋਸ਼ ਉਹਦਾ ਵੀ ਆ ਕਿ ਉਹਨੇ ਇਸ ਕਾਰਵਾਈ ਨੂੰ ਪੋਲੀਟੀਕਲ ਬੈਨੀਫਿਟ ਲੈਣ ਵਾਸਤੇ ਬਹੁਤ ਢਿੱਲਾ ਚਲਾਇਆ, ਔਰ ਕਿਹਾ ਜਾਂਦਾ ਸੀ ਕੈਪਟਨ ਦੀ ਅਕਾਲੀਆਂ ਨਾਲ ਬਾਦਲ ਪਰਿਵਾਰ ਨਾਲ ਮਿਲੀ ਭੁਗਤਿਆ, ਸ਼ਾਇਦ ਉਹਦਾ ਨਤੀਜਾ ਸੀ। ਪਰ ਇਹ ਸਾਰਾ ਕੋਈ ਤਾਂ ਸਰਕਾਰਾਂ ਭੱਜ ਨਹੀਂ ਸਕਦੀਆਂ ਜੋ ਕੁਛ ਇਹਨਾਂ ਕੀਤਾ ਹੈ। ਸੋ ਮੈਂ ਸਮਝਦਾ ਵੀ ਇਹ ਗੱਲ ਲੋਕਾਂ ਨੂੰ ਸਮਝ ਹੈ, ਜੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਨੂੰ ਸਮਝ ਆ ਤੇ ਜਿਹੜੇ ਵਿਦਵਾਨ ਲੋਕ ਨੇ ਉਹਨਾਂ ਨੂੰ ਬੜੀ ਸਮਝ ਆ ਵੀ ਇਹ ਕੀ ਕੁਝ ਵਾਪਰਿਆ, ਕਿਸ ਤਰ੍ਹਾਂ ਵਾਪਰਿਆ। ਲੇਕਿਨ ਸਰਕਾਰਾਂ ਡੱਗ ਟਪਾਊ ਕੰਮ ਕਰ ਰਹੀਆਂ। ਜਿਹੜੀ ਬਾਬਾ ਜੀ ਨੇ ਗੱਲ ਕੀਤੀ ਸੀ ਵੀ ਜੋ ਕੁਝ ਅਕਾਲੀ ਸਰਕਾਰ 'ਚ ਹੋਇਆ, ਅੱਖਾਂ ਮੀਟ ਕੇ ਉਹਨਾਂ ਸਮਾਂ ਪਕਾ ਲਿਆ, ਉਹੀ ਆਈਜੀ ਜਿਹੜਾ ਹੈਗਾ ਸੈਣੀ, ਡੀਜੀਪੀ ਸੈਣੀ ਤੇ ਆਈਜੀ ਉਮਰਾ ਨੰਗਲ ਹਾਈ ਕੋਰਟ ਜੋ ਇਹਨਾਂ ਦੇ ਸਮੇਂ ਰਿਲੀਫ ਲੈਂਦੇ ਰਹੇ ਆ। ਚਲੋ ਮੈਂ ਆਪ ਸਰਕਾਰ ਨੂੰ ਇੱਕ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਦੀ ਸਰਕਾਰ ਆਈ ਆ ਤੇ ਉਹਨਾਂ ਦੇ ਐਡਵੋਕੇਟ ਜਨਰਲ ਦੇ ਸਟੈਂਡ ਕਰਕੇ ਉਹਨਾਂ ਦੋਨਾਂ ਦੇ ਕੇਸ ਹਾਈ ਕੋਰਟ 'ਚੋਂ ਖਾਰਜ ਹੋਏ। ਉਹਨਾਂ ਆਖਿਆ ਜੋ ਕਹਿਣਾ ਜਾ ਕੇ ਆਪਣੀ ਲੋਅਰ ਕੋਰਟ 'ਚ ਕਹੋ, ਫਰੀਦਕੋਟ ਜਿੱਥੇ ਤੁਹਾਡਾ ਚਲਾਨ ਪੇਸ਼ ਹੋਇਆ, ਅਸੀਂ ਤੁਹਾਨੂੰ ਕੋਈ ਰਿਲੀਫ ਨਹੀਂ ਦੇਣੀ। ਇਹ ਕੰਮ ਕੈਪਟਨ ਸਰਕਾਰ 'ਚ ਵੀ ਹੋ ਸਕਦਾ ਸੀ, ਇਹ ਕੰਮ ਅਕਾਲੀ ਸਰਕਾਰ 'ਚ ਵੀ ਹੋ ਸਕਦਾ ਸੀ। ਚਲੋ ਇਹਨਾਂ ਦਾ ਇੱਕ ਪੱਖ ਅੱਛਾ ਵੀ ਇਹਨਾਂ ਦੇ ਵਕੀਲਾਂ ਦਾ ਪੈਨਲ ਅੱਛਾ ਕੇਸ ਲੜ ਰਿਹਾ ਤੇ ਉਹਨਾਂ ਨੂੰ ਉੱਥੋਂ ਰਿਲੀਫ ਨਹੀਂ ਮਿਲਦੀ। ਸੋ ਮੈਂ ਸਮਝਦਾ ਵੀ ਜੇ ਸਰਕਾਰਾਂ ਦੀ ਨੀਤ ਹੋਵੇ ਤੇ ਕੰਮ 24 ਘੰਟਿਆਂ ਦਾ ਹੀ ਆ, ਬਹੁਤਾ ਲੰਬਾ ਨਹੀਂ ਹੈ। ਰਿਪੋਰਟਾਂ ਬਹੁਤ ਆਈਆਂ ਪਈਆਂ, ਬਾਬਾ ਜੀ ਦੀ ਗੱਲ ਜਿਹੜੀ ਆਪ ਜੀ ਨੇ ਕਹੀ ਆ ਕਿ ਉਹਦੇ 'ਚ ਰਿਪੋਰਟਾਂ ਨੂੰ ਇਕੱਠੀਆਂ ਕਰਕੇ ਵੇਖ ਲਓ, ਜ਼ਰੂਰ ਕੱਲੀ ਕੱਲੀ ਪੜ੍ਹਨੀ ਹੈ। ਗੱਲ ਤੇ ਦੋਸ਼ੀ ਲੱਭਣ ਦੀ ਆ। ਹੁਣ ਮੂਸੇਵਾਲਾ ਕੇਸ 'ਚ ਕੁਝ ਕਲੂਜ ਦਿੱਲੀ ਗਵਰਨਮੈਂਟ ਨੇ ਦਿੱਤੇ ਆ, ਦਿੱਲੀ ਦੀ ਪੁਲਿਸ ਨੇ, ਕੁਝ ਗੁਜਰਾਤ ਦੀ ਪੁਲਿਸ ਨੇ ਦਿੱਤੇ ਆ, ਕੋਈ ਮਹਾਰਾਸ਼ਟਰ ਦੇ ਦਿੱਤੇ ਆ, ਕੁਝ ਪੰਜਾਬ ਵਾਲਿਆਂ ਦੇ ਦਿੱਤੇ ਆ। ਕਲੱਬ ਕਰ ਲਿਆ, ਬੰਦੇ ਫੜ ਲਏ। ਕੀ ਇਹਦੇ 'ਚ ਕਲੱਬ ਨਹੀਂ ਹੋ ਸਕਦੇ? ਵੀ ਵੱਖ-ਵੱਖ ਰਿਪੋਰਟਾਂ ਹੀ ਆਈਆਂ ਨਾ, ਕੋਈ ਜ਼ਰੂਰੀ ਥੋੜਾ ਵੀ ਇੱਕੋ ਨੂੰ ਲਾਗੂ ਕਰਨਾ, ਸਾਰੀਆਂ ਨੂੰ ਰਲਾ ਕੇ ਵੀ ਕਰ ਸਕਦੇ ਆ ਆਪਾਂ। ਕਾਲੂ ਸਾਹਿਬ ਤੁਸੀਂ, ਸੋ ਮੈਂ ਸਮਝਦਾ ਜੇ ਸਰਕਾਰਾਂ ਦੀ ਨੀਤ ਹੋਵੇ ਸਿੱਖਾਂ ਨੂੰ ਇਨਸਾਫ ਦੇਣ ਦੀ, ਤੇ ਕੰਮ ਕੋਈ ਬਹੁਤਾ ਲੰਬਾ ਨਹੀਂ ਹੈ ਜੀ। ਕਾਲੂ ਸਾਹਿਬ ਬਹੁਤ ਹੀ ਤੁਸੀਂ ਬੜੀ ਡੂੰਘੀ ਗੱਲ ਕਹੀ ਆ, ਤੇ ਨਾਲ ਦੀ ਨਾਲ ਸਾਰੇ ਹੀ ਜਿੰਨੇ ਵੀ ਦੁਨੀਆ ਦੇ ਇਸ ਵੇਲੇ ਸਾਡੇ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ, ਪੰਜਾਬ ਦੇ ਵਿੱਚ ਵੀ ਦੇਖ ਰਹੇ ਨੇ, ਪੰਜਾਬ ਸਰਕਾਰ ਦੇ ਜਿਹੜੇ ਹਮਾਇਤੀ ਨੇ ਉਹ ਵੀ ਦੇਖ ਰਹੇ ਹੋਣਗੇ, ਤੇ ਅਸੀਂ ਨਾਲ ਦੀ ਨਾਲ ਸਰਕਾਰ ਨੂੰ ਇਹ ਵੀ ਬੇਨਤੀ ਕਰਾਂਗੇ
ਜੋ ਕਾਲੂ ਸਾਹਿਬ ਨੇ ਗੱਲ ਕਹੀ ਆ ਕਿ ਜੇ ਗੁਜਰਾਤ ਦੇ ਵਿੱਚੋਂ, ਯੂਪੀ ਦੇ ਵਿੱਚੋਂ, ਬਿਹਾਰ ਦੇ ਵਿੱਚੋਂ, ਦਿੱਲੀ ਦੇ ਵਿੱਚੋਂ ਮੂਸੇਵਾਲਾ ਦੇ ਕਾਤਲਾਂ ਨੂੰ, ਉਹਨਾਂ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਇਹ ਜਿਹੜਾ ਬਾਈਬਲ ਗੋਲੀ ਕਾਂਡ ਹੈ ਤਾਂ ਹੈ ਹੀ ਪੰਜਾਬ ਦੇ ਵਿੱਚ ਸੀ, ਹੈ ਹੀ ਮਾਲਵੇ ਸੀ, ਵੱਧ ਤੋਂ ਵੱਧ ਉਹ ਹਰਿਆਣੇ ਵਿੱਚ ਦੌੜ ਜਾਂਦੇ। ਤੇ ਹੁਣ ਸਵਾਲ ਪੈਦਾ ਹੋਵੇਗਾ ਬਾਬਾ ਫੌਜਾ ਸਿੰਘ ਜੀ ਕਿ ਜੋ ਅਸੀਂ ਇੱਕ ਤਸਵੀਰ ਵੀ ਦਿਖਾਈ ਹੈਗੀ ਆ ਕਿ ਕੌਣ ਸੁਣੇਗਾ ਹੂਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ। ਇੱਕ ਮੈਂ ਥੋੜੀ ਜਿਹੀ ਗੱਲ ਇਹਦੇ ਵਿੱਚ ਐਡ ਕਰ ਦਵਾਂ ਕਿ ਮੈਨੂੰ ਬੜੀ ਇਹ ਹੈਰਾਨੀ ਵੀ ਆ ਤੇ ਖੁਸ਼ੀ ਵੀ ਇਸ ਗੱਲ ਦੀ ਕਿ ਦੋਨੋਂ ਜਿਹੜੇ ਮੁੱਦਈ ਨੇ, ਖਾਸ ਤੌਰ ਤੇ ਇਹਨਾਂ ਬੇਅਦਬੀਆਂ ਦਾ ਮੁੱਦਾ ਉਠਾਉਣ ਵਾਲੇ, ਜਿਨ੍ਹਾਂ ਦੇ ਦਿਲ ਦੇ ਵਿੱਚ ਸਿੱਖਾਂ ਦੀ ਪੀੜ ਹੈ, ਉਹ ਦੋ ਹੀ ਪ੍ਰਤਾਪ ਸਿੰਘ ਨੇ। ਉਹਨਾਂ ਦੇ ਨਾਮ ਦੋ ਹੀ ਪ੍ਰਤਾਪ ਸਿੰਘ ਨੇ। ਇਹ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ, ਦੂਜੇ ਹਨ ਸਾਡੇ ਪ੍ਰਤਾਪ ਸਿੰਘ ਜੀ ਬਾਜਵਾ, ਜਿਹੜੇ ਕਿ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ। ਉਹਨਾਂ ਨੇ ਵੀ ਇਹ ਸਵਾਲ ਚੁੱਕੇ ਤੇ ਕਿਹਾ ਕਿ ਇਸ ਜਾਂਚ ਦੇ ਵਿੱਚ ਜਿਹੜੇ 12 ਪੰਨੇ ਉੱਤੇ ਜਿਨ੍ਹਾਂ ਦੋਸ਼ੀਆਂ ਦੇ ਨਾਂ ਲਿਖੇ ਆ, ਸਰਕਾਰ ਉਹਨਾਂ ਉੱਤੇ ਕੇਸ ਕਿਉਂ ਨਹੀਂ ਦਰਜ ਕਰਦੀ ਹੈਗੀ? ਇਸ ਜਾਂਚ ਨੂੰ ਜਨਤਕ ਕਰਨ ਦੇ ਪਿੱਛੇ ਕੀ ਕਾਰਨ ਸੀ? ਇਸ ਦੇ ਉੱਤੇ ਉਹਨਾਂ ਦੀ ਲੋਕਾਂ ਦੀ ਹਮਦਰਦੀ ਲੈਣੀ ਸੀ ਜਾਂ ਉਹਨਾਂ ਦੋਸ਼ੀਆਂ ਦੇ ਉੱਤੇ ਐਕਸ਼ਨ ਲੈਣਾ ਸੀ? ਬਾਬਾ ਜੀ ਹੁਣ ਵੀ ਉਹੀ ਸਵਾਲ ਆ ਕਿ ਇਸ ਵੇਲੇ ਜਿਹੜੀਆਂ ਦੁਨੀਆ ਦੀਆਂ ਸਿੱਖ ਸੰਗਤਾਂ ਨੇ, ਜਿਹਨਾਂ ਦੇ ਹੱਲੇ ਵੀ ਵਲੁੰਦਰੇ ਪਏ ਆ ਤੇ ਉਹਨਾਂ ਦੇ ਫੱਟਾਂ ਉੱਤੇ ਲੂਣ ਹੋਰ ਛਿੜਕਿਆ ਜਾ ਰਿਹਾ ਹੈ, ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੂਕ ਕਦੋਂ ਸੁਣੀ ਜਾਵੇਗੀ? ਤੇ ਆਪਾਂ ਇੱਕ ਸੱਚਮੁੱਚ ਜੇ ਕਹਿ ਦਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਜੇ ਸਿੱਖ ਹੈਗੇ ਆ, ਸੱਚੇ ਸਿੱਖ ਹੈਗੇ ਆ, ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਬਾ ਫੌਜਾ ਸਿੰਘ ਜੀ। ਭਾਈ ਸਿੰਦਰਪਾਲ ਸਿੰਘ ਜੀ, ਪਹਿਲੀ ਤਾਂ ਜਿਹੜੀ ਪ੍ਰਤਾਪ ਸਿੰਘ ਬਾਜਵਾ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ, ਦੋਨੇ ਇਹਨਾਂ ਤੇ ਸਮਝ ਲਓ ਗੁਰੂ ਦੀ ਹੱਥੇ ਸੀ ਬੋਲੇ, ਜਾਂ ਇਹਨਾਂ ਦੇ ਬਲੱਡ ਦੇ ਵਿੱਚ ਕੋਈ ਨਾ ਕੋਈ ਪਿਆਰ ਹੈਗਾ ਗੁਰੂ ਪ੍ਰਤੀ, ਕਿਉਂਕਿ ਸਤਿਗੁਰਾਂ ਇੰਨੇ 117 ਹਲਕਿਆਂ ਦੇ ਐਮਐਲਏ ਬੈਠੇ ਹੋਣ, ਔਰ ਸਪੀਕਰ ਸਾਹਿਬ ਖੁਦ ਉਸ ਏਰੀਏ ਦੇ ਨੇ, ਵਿੱਚ ਧਰਨੇ ਦੇ ਬਹਿੰਦੇ ਰਹੇ ਨੇ ਆ ਕੇ, ਸੰਧਵਾਂ ਜੀ ਵਿੱਚ ਬਹਿੰਦੇ ਰਹੇ ਨੇ ਧਰਨਿਆਂ ਦੇ ਆ ਕੇ। ਇਹ ਬਰਗਾੜੀ ਬੋਲੇ ਵੀ ਨੇ, ਔਰ ਇਹਨਾਂ ਨੂੰ ਮਹਾਰਾਜ ਨੇ ਵਕਤ ਦਿੱਤਾ ਹੈ। ਦੇਖੋ ਅਸੀਂ ਵਕਤ ਕਿੱਥੇ ਕਿੱਥੇ ਗਵਾਇਆ। ਪਹਿਲਾਂ ਤਾਂ ਦੇਖੋ ਬਲਵਿੰਦਰ ਸਿੰਘ ਭੁੰਦੜ, ਇੱਕ ਸੀਨੀਅਰ ਅਕਾਲੀ ਆਗੂ ਦਾ ਇਹ ਕਹਿਣਾ ਕਿ ਜਿਹੜਾ ਕੈਪਟਨ ਸਾਹਿਬ ਤੇ ਜਿਹੜਾ ਆਪਣਾ ਨਵਜੋਤ ਸਿੱਧੂ ਹੈ, ਇਹ ਸਿਆਸਤ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਤੇ, ਕਿ ਇਹਨਾਂ ਨੇ ਸਿਆਸਤ ਨਹੀਂ ਕੀਤੀ। ਇਹ ਇੱਕ ਬਹੁਤ ਵੱਡਾ ਜਿੰਨੇ ਸਵਾਲੀਏ ਚਿੰਨ੍ਹ ਇੱਕ ਆਪਣੇ ਕਾਲੋਂ ਸਾਹਿਬ ਨੇ ਦੱਸਿਆ, ਇਹ ਮੇਰੇ ਖਿਆਲ ਬਹੁਤ ਵੱਡੀ ਇੱਕ ਚਪੇੜ ਹੈ ਉਸ ਸਮੇਂ ਸਰਕਾਰਾਂ ਦੇ ਮੂੰਹ ਤੇ। ਅੱਜ ਵੀ ਚਾਰੇ ਸਰਕਾਰਾਂ ਦੇ ਮੂੰਹ ਤੇ ਚਪੇੜਾ, ਚਾਰਾਂ ਨੂੰ ਇਹ ਇੱਕ ਤਰ੍ਹਾਂ ਦਾ ਜਿੰਨੇ ਦੱਸੇ ਨੇ, ਸਾਰੀਆਂ ਸਰਕਾਰਾਂ ਇਹਦੇ ਵਿੱਚ ਸਾਂਝੀਵਾਲ ਨੇ। ਇੱਕ ਸੀਨੀਅਰ ਅਕਾਲੀ ਆਗੂ ਨੂੰ ਇਹ ਗੱਲ ਕਹਿਣੀ ਬੜੀ ਮੰਦਭਾਗੀ। ਦੂਸਰਾ, ਕਿਤੇ ਨਾ ਕਿਤੇ ਅਸੀਂ ਵੀ ਨਾਕਾਮ ਆ। ਜਿਹੜੇ ਸਿੰਘ ਬੋਲਦੇ ਆ, ਜਿਹੜੇ ਸਿੰਘ ਅੱਗੇ ਆਉਂਦੇ ਆ, ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਕਹਿੰਦੇ ਰੌਲਾ ਪਾਉਂਦੇ ਆ। ਇਹ ਬਿਲਕੁਲ ਠੀਕ ਆ, ਅਸੀਂ ਉਹਦਾ ਸਾਥ ਨਹੀਂ ਦਿੰਦੇ। ਅਸੀਂ ਨਾਕਾਮੀ ਬਰਗਾੜੀ ਮੋਰਚੇ 'ਚ ਕੀਤੀ ਆ, ਅਸੀਂ ਮੰਨੀਏ ਨਾ ਮੰਨੀਏ, ਸਾਡੇ ਆਗੂਆਂ ਨੇ ਕੀਤੀ ਆ, ਸੰਗਤ ਵਿੱਚ ਕੋਈ ਕਮੀ ਨਹੀਂ। ਅਸੀਂ ਚੱਬੇ ਦੀ ਧਰਤੀ ਤੇ ਵੀ ਨਾਕਾਮੀ ਕੀਤੀ ਹੈ, ਜਿੱਥੇ 10 ਲੱਖ ਦਾ ਇਕੱਠ ਹੋਇਆ ਸੀ। 10 ਲੱਖ ਦੇ ਇਕੱਠ ਵਿੱਚ ਤਾਜਪੋਸ਼ੀਆਂ ਨਹੀਂ ਸੀ ਕਰਨੀਆਂ, ਬੇਅਦਬੀ ਬਾਰੇ ਸੋਚਣਾ ਚਾਹੀਦਾ ਸੀ, ਉਹ ਵੀ ਸਾਡੀ ਨਾਕਾਮੀ ਆ। ਔਰ ਬੁੱਢਾ ਜੋਹੜ ਜਾ ਕੇ ਇੱਕ ਸਰਬੱਤ ਖਾਲਸਾ ਹੁੰਦਾ, ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਹੁੰਦਾ। ਕਿਤੇ ਨਾ ਕਿਤੇ ਸਾਡੀਆਂ ਨਾਕਾਮੀਆਂ ਅਸੀਂ ਆਪਣੇ ਮੱਥਿਆਂ ਤੇ ਕਲੰਕ ਲਈ ਫਿਰਦੇ ਆ। ਅਸੀਂ ਸਮਝੀਏ ਨਾ ਸਮਝੀਏ, ਸਰਕਾਰਾਂ ਨੇ ਵੀ ਵੱਡੀਆਂ ਨਾਕਾਮੀਆਂ ਕੀਤੀਆਂ, ਕਿਤੇ ਨਾ ਕਿਤੇ ਅਸੀਂ ਲੀਡਰਾਂ ਨੇ ਵੀ, ਅਸੀਂ ਦੋਸ਼ੀਆਂ ਭਾਈ ਸਿੰਦਰਪਾਲ ਸਿੰਘ ਜੀ। ਗੁਰੂ ਦੇ ਦੇਣਦਾਰ ਆ, ਅਸੀਂ ਗੁਰੂ ਦੇ ਨਾਂ ਤੇ ਛਕਦੇ ਆ, ਗੁਰੂ ਦੇ ਨਾਂ ਤੇ ਸਾਨੂੰ ਐਸੋ ਪ੍ਰੈਸਟੀ ਮਿਲੀ ਆ, ਗੁਰੂ ਦੇ ਨਾਂ ਤੇ ਸਾਨੂੰ ਸੰਗਤਾਂ ਕਿੱਥੋਂ ਤੱਕ ਚੱਕੀਆਂ ਫਿਰਦੀਆਂ ਨੇ, ਗੁਰੂ ਦੇ ਨਾਂ ਤੇ ਜਹਾਜ਼ਾਂ 'ਚ ਝੂਟੇ ਲਏ, ਏਡੀਆਂ ਮਹਿੰਗੀਆਂ ਗੱਡੀਆਂ, ਏਡੇ ਸਥਾਨ, ਮਹਾਰਾਜ ਨੇ ਸਾਨੂੰ ਕੀ ਨਹੀਂ ਦਿੱਤਾ। ਇਹ ਆਪਣੀਆਂ ਨਾਕਾਮੀਆਂ ਵੀ ਸਾਨੂੰ ਦੇਖਣੀਆਂ ਪੈਣੀਆਂ। ਔਰ ਮੈਂ ਸੋਚਦਾ ਜਿਹੜੇ ਸਿੱਖ ਆਵਾਜ਼ ਉਠਾਉਂਦੇ ਆ, ਇੱਕ ਆਵਾਜ਼ ਬੁਲੰਦ ਹੋਣਾ ਪੈਣਾ, ਔਰ ਕੁੰਵਰ ਵਿਜੇ ਪ੍ਰਤਾਪ ਦੀਆਂ ਰਿਪੋਰਟਾਂ ਦਾ ਸਾਥ ਦੇਣਾ ਪੈਣਾ। ਔਰ ਅਜੇ ਵੀ ਸਾਡੇ ਸੰਸਥਾਵਾਂ ਨੇ ਜਿਹੜੀਆਂ ਧਰਮ ਨੂੰ ਛੱਡ ਕੇ ਅਸੀਂ ਧੜੇ ਪਿਆਰੇ ਕਰ ਲਏ ਆ। ਭਾਈ ਸਿੰਦਰਪਾਲ ਸਿੰਘ ਜੀ, ਡਾਕਟਰ ਕਾਲੂ ਸਾਹਿਬ, ਇਹ ਗੱਲ ਬਿਲਕੁਲ ਸਹੀ ਆ। ਸਾਨੂੰ ਧਰਮ ਪਿਆਰਾ ਨਹੀਂ, ਧੜੇ ਪਿਆਰੇ ਆ ਸਾਨੂੰ। ਅਸੀਂ ਧੜਿਆਂ ਨੂੰ ਛੱਡ ਕੇ, ਸੰਪਰਦਾਈ ਵੰਡ ਨੂੰ ਛੱਡ ਕੇ, ਹਰ ਪੱਗਾਂ ਦੇ ਰੰਗ ਨੂੰ ਛੱਡ ਕੇ, ਇੱਕ ਦਰਦ ਲੈ ਕੇ ਜਦੋਂ ਮਨ 'ਚ ਚੱਲਾਂਗੇ, ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਪ੍ਰਗਟ ਗੁਰਾਂ ਕੀ ਦੇਹ ਨੇ, ਸਾਡੇ ਪੁਰਖਿਆਂ ਨੇ
ਕਿੱਡੀਆਂ ਕਿੱਡੀਆਂ ਸਾਡੀਆਂ ਮਾਵਾਂ ਨੇ ਕੁਰਬਾਨੀਆਂ ਕੀਤੀਆਂ, ਪੋਤਿਆਂ ਨੂੰ, ਦੋਤਿਆਂ ਨੂੰ, ਬੱਚਿਆਂ ਨੂੰ, ਪੁੱਤਰਾਂ ਨੂੰ, ਧੀਆਂ ਨੂੰ ਕਟਵਾ ਕੇ ਗਲਾਂ 'ਚ ਹਾਰ ਪਵਾਏ, ਨੇਜਿਆਂ ਤੇ ਚਰਖੜੀਆਂ ਤੇ ਚੜੇ ਸਾਡੇ ਪੁਰਖੇ, ਦੇਗਾਂ ਵਿੱਚ ਵਾਲੇ ਗਏ, ਆਰਿਆਂ ਦਾ ਕੱਟੇ ਗਏ, ਬੰਦ ਕਟਵਾਇਆ। ਉਹ ਸਾਡੇ ਕਿੱਥੇ ਆਰਾ ਧਰਿਆ, ਅਸੀਂ ਇਕੱਠੇ ਹੀ ਹੋਣਾ। ਕਿਤੇ ਨਾ ਕਿਤੇ ਨਾਕਾਮੀਆਂ ਸਰਕਾਰਾਂ ਦੀਆਂ ਵੀ ਨੇ ਭਾਈ ਸਿੰਦਰਪਾਲ ਸਿੰਘ, ਸਾਡੀਆਂ ਵੀ ਨੇ। ਆਮ ਸਿੱਖਾਂ ਵਿੱਚ ਕੋਈ ਕਮੀ ਨਹੀਂ। ਬਰਗਾੜੀ ਮੋਰਚੇ 'ਚ ਆਮ ਗੁਰਸਿੱਖ ਸੰਗਤ ਨੇ, ਵਿਦੇਸ਼ਾਂ ਦੇ ਨੇ ਵੀ ਔਰ ਦੇਸ਼ ਵਿੱਚ ਵੀ, ਚੱਬੇ ਦੀ ਧਰਤੀ ਤੇ ਵੀ ਦਿਖਾਤਾ। ਇਹ ਇਕੱਠ ਕਿਸੇ ਬੰਦੇ ਕਰਕੇ ਨਹੀਂ ਹੋਇਆ, ਇਹ ਇਕੱਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਕਰਕੇ ਹੋਇਆ ਸੀ। ਭਾਈ ਸਿੰਦਰਪਾਲ ਸਿੰਘ ਜੀ, ਅੱਜ ਵੀ ਸੰਪਰਦਾਵਾਂ ਇੱਕ ਹੋਣ। ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਗਾਇਬ ਹੋ ਜਾਣੇ, ਔਰ ਕਿਤੇ ਨਾ ਕਿਤੇ ਸਾਡੀ ਨਾਕਾਮੀ ਆ ਜੇ ਅਸੀਂ ਇਨਸਾਫ ਨਹੀਂ। ਅਸੀਂ ਸੀਟ ਤੇ ਬੈਠੇ ਆ ਜਿਹੜੀ ਤੇ, ਉਸ ਸੀਟ ਤੇ ਬੈਠੇ ਅਸੀਂ ਇਨਸਾਫ ਨਹੀਂ ਦੇ ਸਕਦੇ, ਚੁੱਪ ਕਰਕੇ ਘਰ ਚੱਲ ਜਾਈਏ। ਅੱਜ ਜਥੇਦਾਰ ਗੁਰਬਚਨ ਸਿੰਘ ਨੂੰ ਚੇਤੇ ਕਰਨਾ ਪਊ। ਉਹ ਕਿਤੇ ਵਿਆਹ 'ਚ ਵੀ ਜਾਂਦੇ ਆ ਨਾ, ਵਿਆਹ 'ਚ ਵੀ, ਕਿਤੇ ਇਕੱਠ 'ਚ ਵੀ ਜਾਂਦੇ ਆ। ਉਹਨਾਂ ਦੀ ਕਿੰਨੀ ਕੁ ਵੈਲਿਊ ਹੈ, ਕਿੰਨਾ ਕੁ ਸਤਿਕਾਰ ਹੈ। ਔਰ ਇਸੇ ਗੱਲ ਕਰਕੇ ਜਿਹੜੇ ਮੋਰਚੇ, ਬਰਗਾੜੀ ਮੋਰਚੇ ਦੇ ਧਿਆਨ ਸਿੰਘ ਮੰਡ ਸੀ, ਉਹਨਾਂ ਦਾ ਕਿੰਨਾ ਕੁ ਰਹਿ ਗਿਆ। ਮੈਂ ਸੋਚਦਾ ਸਾਨੂੰ ਇਹ ਗੱਲ ਬਾਰੇ, ਸਾਨੂੰ ਸਾਰੇ ਸਿੱਖਾਂ ਨੂੰ ਸੋਚਣਾ ਪਊ। ਜਥੇਦਾਰ ਸਾਹਿਬ ਵੀ ਸੋਚਣ, ਕੌਮ ਨੂੰ ਲਾਮਬੰਦ ਕਰਨ, ਆਪਣਾ ਧਰਮ ਤੇ ਫਰਜ਼ ਪਛਾਣਨ। ਅਸੀਂ ਵੀ ਪਛਾਣੀਏ, ਅਸੀਂ ਉਹਨਾਂ ਨੂੰ ਨਾ ਕਹੀ ਜਾਈਏ, ਅਸੀਂ ਵੀ ਵਸਾਣੀਏ, ਕੌਮ ਦਾ ਬੱਚਾ ਵਸਾਣੇ, ਇਕੱਠੇ ਹੋਈਏ ਤਾਂ ਕਿਤੇ ਭਾਈ ਸਿੰਦਰਪਾਲ ਸਿੰਘ ਜੀ ਗੱਲ ਬਣਨੀ ਆ। ਇਹ ਮੈਂ ਤਾਂ ਇਹੀ ਗੱਲ ਬੇਨਤੀ ਕਰ ਸਕਦਾ ਚਰਨਾਂ ਵਿੱਚ ਕੌਮ ਦੇ ਵੀ, ਔਰ ਸਤਿਗੁਰਾਂ ਜੀ ਨੂੰ ਬੇਨਤੀ ਕਰ ਸਕਦਾ, ਮਹਾਰਾਜ ਸਾਡੇ ਸਿਰ ਤੇ ਹੱਥ ਰੱਖਿਓ। ਵਾਹ, ਬਹੁਤ ਹੀ ਭਾਵਨਾਤਮਕ। ਤੁਸੀਂ ਹਿਰਦੇ ਦੇ ਵਿੱਚੋਂ ਜਿਹੜੀ ਪੀੜ ਹੈ ਤੁਹਾਡੀ ਬਾਬਾ ਜੀ, ਤੁਹਾਡੇ ਸ਼ਬਦਾਂ ਦੇ ਵਿੱਚ ਉਹ ਸਰਾਸਰ ਝਲਕ ਰਹੀ ਹੈ। ਔਰ ਇਹੀ ਪੀੜ ਮੇਰੇ ਖਿਆਲ ਬਹੁਤ ਸਾਰੇ ਦੁਨੀਆ ਭਰ ਦੇ ਅਨੇਕਾਂ ਸਿੱਖਾਂ ਦੇ ਹਿਰਦੇ, ਜਿਨ੍ਹਾਂ ਦੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵਲੁੰਦਰੇ ਗਏ ਆ। ਤੇ ਹੁਣ ਵਾਰ-ਵਾਰ ਜਿਹੜੀਆਂ ਸਰਕਾਰਾਂ ਨੇ, ਹਰ ਸਰਕਾਰ ਨੇ ਉਹਨਾਂ ਦੇ ਜ਼ਖਮਾਂ ਉੱਤੇ ਲੂਣ ਹੀ ਛਿੜਕਿਆ ਹੈ। ਤੇ ਹੁਣ ਅਸੀਂ ਗੱਲ ਕਰਾਂਗੇ ਥੋੜੀ ਜਿਹੀ, ਕਾਲੂ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਜੀ ਦੀ, ਤੇ ਉਹਨਾਂ ਦਾ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਜੋ ਇਹ ਸਾਂਝਾ ਵੀ ਯਤਨ ਹੈਗਾ ਆ ਇਸ ਵੇਲੇ ਪੰਜਾਬ ਦੇ ਵਿੱਚ, ਇਹਨਾਂ ਦੋਹਾਂ, ਇਹ ਜਿਹੜੇ ਜੇ ਕਹਿ ਦਈਏ ਆਗੂ ਕਹਿ ਦਈਏ, ਅਸੀਂ ਸਿੱਖ ਕੌਮ ਦੇ ਵੀ ਅਸੀਂ ਆਗੂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਕੌਮ ਦੀ ਗੱਲ ਕੀਤੀ ਆ। ਹੁਣ ਇਹ ਵੀ ਦੇਖਿਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਵਾਂਗ ਹੀ, ਜਾਂ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵਾਂਗ ਹੀ, ਉਹਨਾਂ ਨੇ ਜੇ ਕਹਿ ਦਈਏ ਵਾਅਦੇ ਕਰਕੇ ਪੂਰੇ ਨਹੀਂ ਕੀਤੇ, ਜਾਂ ਉਹਨਾਂ ਨੇ, ਇੱਕ ਮੈਂ ਘਟੀਆ ਸ਼ਬਦ ਨਹੀਂ ਕਹਿਣਾ ਚਾਹੁੰਦਾ ਉਹਨਾਂ ਵਾਸਤੇ ਕੋਈ ਵੀ। ਤੇ ਤੁਸੀਂ ਇਹਨਾਂ ਦੋਹਾਂ ਇਨਸਾਨਾਂ ਬਾਰੇ ਕਾਲੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ? ਤੇ ਹੁਣ ਸਾਡਾ ਸਮਾਂ ਥੋੜਾ ਰਹਿ ਗਿਆ ਜੀ। ਕਾਲੂ ਸਾਹਿਬ। ਮਲ ਸਾਹਿਬ, ਮੈਂ ਬਾਬਾ ਫੌਜਾ ਸਿੰਘ ਉਹਨਾਂ ਦੀ ਗੱਲ ਨੂੰ ਅੱਗੇ ਤੋਰਦਾ ਕਿ ਪੰਜਾਬ ਦੇ ਵਿੱਚ ਜੋ ਮੇਰੀ ਰਿਪੋਰਟ ਹੈ 16,700 ਡੇਰਾ ਹੈ ਧਾਰਮਿਕ ਬਾਬਿਆਂ ਦਾ, ਛੋਟਾ ਜਾਂ ਵੱਡਾ ਜੀ। ਤੇ ਮੈਂ ਕਹਿੰਦਾ ਵੀ 16,700 ਬਾਬਾ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ 'ਚ ਹੀ ਚੱਲ ਰਹੇ ਆ। ਗੁਰੂ ਉਸੇ ਨੂੰ ਮੰਨਦੇ ਆ ਤੇ ਧੜੇ ਵੱਖਰੇ ਵੱਖਰੇ ਰੱਖਦੇ ਆ। ਕੋਈ ਪੰਥਕ ਸਰਕਾਰ ਦੇ ਬਹਾਨੇ ਨਾਲ ਅਕਾਲੀਆਂ ਨਾਲ ਜੁੜਿਆ, ਕੋਈ ਮਤਲਬ ਆਪਣੇ ਸੰਤ ਸਮਾਜ ਦੇ ਨਾਂ ਥੱਲੇ ਗਰੁੱਪ ਬਣਾ ਕੇ ਬੈਠਾ, ਕੋਈ ਦੂਸਰਾ ਗਰੁੱਪ ਬਣਾ ਕੇ ਬੈਠਾ ਸੰਤ ਸਮਾਜ ਦਾ ਵੱਖਰਾ। ਜੇ 16,700 ਬਾਬਾ 100 ਪੈਰੋਕਾਰ ਆਪਣੇ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਪਿੱਛੇ ਖਲੋ ਜਾਣ, ਇਹ 2 ਲੱਖ ਦੀ ਗਿਣਤੀ ਬਣਦੀ ਆ। 2 ਲੱਖ ਦਾ ਹਜੂਮ ਇਕੱਠਾ ਤੁਰ ਪਵੇ। ਤੇ ਫਿਰ ਉਸ ਤੋਂ ਅੱਗੇ ਦੀ ਗੱਲ ਜਿਹੜੀ ਬਾਬਾ ਜੀ ਨੇ ਜ਼ਿਕਰ ਕੀਤਾ, ਚੱਬੇ ਦੀ ਧਰਤੀ ਤੇ ਸਬੱਤ ਖਾਲਸੇ ਦਾ, ਉਦੋਂ ਪੰਜਾਬ 'ਚ ਪੰਥਕ ਸਰਕਾਰ ਸੀ ਤੇ ਪੰਥਕ ਸਰਕਾਰ ਨੇ ਉੱਤੇ ਰੋਕਾਂ ਲਾਈਆਂ ਸੀ, ਲੋਕਾਂ ਦੇ ਉੱਥੇ ਪਹੁੰਚਣ ਨਹੀਂ ਦੇਣਾ। ਤੇ ਫਿਰ 10 ਲੱਖ ਬੰਦਾ ਉੱਥੇ ਪਹੁੰਚ ਗਿਆ ਸੀ ਆਪਣੀਆਂ ਟਰਾਲੀਆਂ ਟਰੈਕਟਰਾਂ ਤੇ। ਇਹਨਾਂ ਬੱਸਾਂ ਰੋਕਤੀਆਂ, ਟ੍ਰੈਫਿਕ ਰੋਕਤੇ, ਤੇ ਲੋਕਾਂ ਨੇ ਪੋਸਟਰ ਪਾਏ ਸੀ ਲਿਖ ਕੇ ਟਰਾਲੀਆਂ ਤੇ ਕਿ ਆਹ ਜਹਾਜ਼ ਕਦੋਂ ਕੰਮ ਆਉਣੇ ਆ। ਤੇ ਉਹਨਾਂ ਜਹਾਜ਼ਾਂ ਦੇ ਲੋਕ ਚੱਬੇ ਵੱਲ ਪਹੁੰਚ ਗਏ। ਜਿਸ ਦਿਨ ਪੰਜਾਬ 'ਚ 3 ਕਾਨਫਰੰਸਾਂ ਇਕੱਠੀਆਂ ਹੋਈਆਂ, ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੇ ਵੀ ਧਰਤੀ 'ਤੇ ਰੱਖੀ ਸੀ, ਮਲੋਟ ਦੇ ਕੋਲ ਕਿੱਲਿਆਂ ਵਾਲੀ ਸ਼ਾਇਦ, ਇਹਨਾਂ ਨੇ ਸੰਗਰੂਰ 'ਚ ਰੱਖੀ ਸੀ ਅਕਾਲੀਆਂ ਨੇ, ਤੇ ਤੀਸਰੇ ਪਾਸੇ ਪੰਥਕ ਧਿਰਾਂ ਨੇ ਬਰਗਾੜੀ ਰੱਖੀ ਸੀ। ਮੈਂ ਉਹ ਤਿੰਨਾਂ ਦਾ ਅੱਖੀਂ ਵੇਖਿਆ ਹਾਲ ਵੇਖਿਆ। ਜਿੰਨੀ ਸੰਗਤ ਬਰਗਾੜੀ ਸੀ ਉਨੀ ਨਾ ਅਕਾਲੀਆਂ ਦੇ ਇਕੱਠ 'ਚ ਸੀ, ਨਾ ਕਾਂਗਰਸ ਦੇ ਇਕੱਠ 'ਚ ਸੀ। ਹਾਲੀ ਕਿ ਉਹਨਾਂ ਕੋਲ ਸਰਕਾਰਾਂ ਸੀ, ਸਾਧਨ ਸੀ,
ਤੇ ਇੱਥੇ ਸੰਗਤ ਆਪ ਮਹਾਰੇ ਆਈ ਸੀ। ਤੇ ਜੇ ਇਹ 17,600 ਬਾਬਾ ਤੇ ਜਿੰਨੇ ਪੁਰਾਣੇ ਜਥੇਦਾਰ ਨੇ, ਜਿੰਨੇ ਪੰਥਕ ਧਿਰਾਂ ਨੇ, ਇਹ 100 ਬੰਦਾ ਵੀ ਨਾਲ ਲੈ ਕੇ ਤੁਰ ਪੈਣ ਤੇ ਮੇਰਾ ਖਿਆਲ ਹੈ 25-30 ਲੱਖ ਬੰਦਾ ਪੰਜਾਬ ਦਾ ਆਪ ਮਹਾਰੇ ਇਹਨਾਂ ਦੀ ਹਮਾਇਤ ਤੇ ਤੁਰ ਪਏਗਾ। ਸਰਕਾਰ ਦੇ ਨੱਕ 'ਚ ਦਮ ਕਰ ਦੇਗਾ, ਸਰਕਾਰ ਨੂੰ ਇਨਸਾਫ ਦੇਣਾ ਪਏਗਾ। ਪਰ ਅਸੀਂ ਮਰਦੇ ਕਿੱਥੋਂ ਆ ਵੀ ਅਸੀਂ ਖੁਦ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਉਹਦੀ ਬੇਅਦਬੀ ਦਾ ਇਨਸਾਫ ਨਹੀਂ ਲੈਣਾ ਚਾਹੁੰਦੇ, ਉੱਥੇ ਮੂੰਹ ਫੇਰ ਜਾਂਦੇ ਆ। ਲੋਕਾਂ ਨੂੰ ਚਾਹੀਦਾ ਜੇ ਇਹਨਾਂ ਸੱਚ ਬੋਲਣ ਵਾਲੇ ਬੰਦਿਆਂ ਦਾ ਸਾਥ ਦੇਣ। ਤੇ ਦੂਸਰੇ ਪਾਸੇ ਆਪ ਜੀ ਨਾਲ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੋਮ ਮਿਨਿਸਟਰ ਨਹੀਂ ਬਣਾਉਣਗੇ, ਕਿਉਂਕਿ ਉਹ ਬੰਦਾ ਇਹੋ ਜਿਹਾ ਜੋ ਉਹਨੇ ਪੜ੍ਹਿਆ ਲਿਖਿਆ, ਜੋ ਉਹਨੇ ਸਮਝ ਲਿਆ ਗੱਲ, ਉਹਨੇ ਕੋਈ ਗੁੰਜਾਇਸ਼ ਨਹੀਂ ਛੱਡਣੀ ਲੋਕਾਂ ਨੂੰ ਇਨਸਾਫ ਦੇਣ ਲੱਗਿਆ। ਔਰ ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਇੱਕ ਅਪੀਲ ਵੀ ਕਰਾਂਗਾ, ਥੋੜੇ ਜਜ਼ਬਾਤੀ ਨੇ, ਅੱਗੇ ਉਹਨਾਂ ਨੇ ਬੜੇ ਵੱਡੇ ਅਹੁਦੇ ਤੋਂ 10 ਸਾਲ ਰਹਿੰਦਿਆਂ ਅਸਤੀਫਾ ਦੇ ਦਿੱਤਾ, ਕਿਤੇ ਕਾਹਲੀ ਕਰਕੇ ਅਸਤੀਫਾ ਨਾ ਦੇ ਦਿਓ, ਪੰਜਾਬ ਦੇ ਲੋਕਾਂ ਨੇ ਤੁਹਾਡਾ ਸਾਥ ਦੇਣਾ ਵਾ। ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਦੇ ਪੰਜਾਬ ਨੂੰ ਲੀਡ ਕਰੇਗਾ ਔਰ ਦੇਖ ਲਓ ਇਹ ਸਮਾਂ ਬਹੁਤਾ ਦੂਰ ਨਹੀਂ, ਨੇੜੇ ਆਏਗਾ। ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਅੱਜ ਬੋਲ ਰਹੇ ਆ ਸੱਚ, ਤੇ ਉਹਨਾਂ ਦੇ ਮਹਾਰਾਜ ਦੀ ਬਖਸ਼ਿਸ਼ ਆ। ਔਰ ਮੈਨੂੰ ਅੱਜ ਹੀ ਕੋਈ ਦੱਸ ਰਿਹਾ ਸੀ, ਪਰਸੋਂ ਉਹਨਾਂ ਨੇ ਛੋਟਾ ਘੱਲੂਘਾਰਾ ਜਿਹੜਾ ਹੈ ਕਾਹਨੂੰਵਾਨ ਦੇ ਸ਼ੰਭ 'ਚ, ਉੱਥੇ ਅਖੰਡ ਪਾਠ ਸਾਹਿਬ ਵੀ ਰੱਖਾ ਹੋਇਆ ਤੇ ਪਰਸੋਂ ਉਹਦੇ ਭੋਗ ਵੀ ਨੇ, ਉਹ ਗੁਰੂ ਘਰ ਨੂੰ ਸਮਰਪਿਤ ਨੇ। ਤੇ ਮੇਰੇ ਖਿਆਲ ਮਹਾਰਾਜ ਉਹਨਾਂ ਦੇ ਸਿਰ ਤੇ ਹੱਥ ਰੱਖੇਗਾ, ਪਬਲਿਕ ਸਾਥ ਦੇਗੀ ਤੇ ਸਾਨੂੰ ਇਨਸਾਫ ਦਿਵਾਉਣ 'ਚ ਕਾਮਯਾਬ ਹੋਣਗੇ। ਤੇ ਜਿਹੜੇ ਲੋਕ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਆ, ਇਹਨਾਂ ਦੀ ਪਿੱਛ ਨਹੀਂ ਜਾਵੇ ਜੀ। ਨਾਲ ਦੀ ਨਾਲ ਕਾਲੂ ਸਾਹਿਬ ਜੀ, ਜੇ ਲੱਗਦੇ ਹੱਥ ਆਪਾਂ ਇਹ ਵੀ ਕਹਿ ਦਈਏ ਕਿ ਜਿਹੜੀ ਦਮਦਮੀ ਟਕਸਾਲ ਆ, ਜਿਸ ਨੂੰ ਅਸੀਂ ਪਿੰਡਾਂ ਵਾਲੇ ਜਿਨ੍ਹਾਂ ਨੂੰ 14ਵੇਂ ਜਥੇਦਾਰ ਥਾਪੇ ਗਏ ਸੀ, ਕਿਤੇ ਇਸ ਵੇਲੇ ਉਹਨਾਂ ਦੀ ਆਵਾਜ਼ ਕਿਤੇ ਸੁਣਨ ਨੂੰ ਨਹੀਂ ਮਿਲ ਰਹੀ ਹੈਗੀ। ਜੋ ਵੀ ਮਾਮਲਾ ਬਰਗਾੜੀ ਤੋਂ ਚੱਲ ਕੇ ਹੁਣ ਤੱਕ ਦੀ ਗੱਲ ਕਰਦੇ ਆ, ਤੁਸੀਂ ਦਮਦਮੀ ਟਕਸਾਲ ਦੇ ਰੋਲ ਵਾਲੇ ਥੋੜਾ ਜਿਹਾ ਕੀ ਕਹਿਣਾ ਚਾਹੁੰਦੇ ਆ? ਫਿਰ ਬਾਬਾ ਜੀ ਨਾਲ ਵੀ ਇਹਦੇ ਉੱਤੇ, ਇਸ ਵਿਸ਼ੇ ਉੱਤੇ ਉਹਨਾਂ ਦਾ ਵਿਚਾਰ ਲਵਾਂਗੇ ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਹੋਵੇਗੀ। ਤੇ ਬਾਕੀ ਜਿਹੜਾ ਫੈਸਲਾ ਹੈਗਾ ਉਹ ਅਸੀਂ ਆਪਣੀ ਸੰਗਤਾਂ ਦੇ ਛੱਡ ਦੇਵਾਂਗੇ। ਕਾਲੂ ਸਾਹਿਬ ਜੀ। ਜੀ ਮਾਲ ਸਾਹਿਬ, ਜਿੱਥੇ ਤੱਕ ਦਮਦਮੀ ਟਕਸਾਲ ਦਾ ਸਬੰਧ ਹੈ ਉਹਦੇ ਵੀ ਬੜੇ ਹਿੱਸੇ ਹੋ ਚੁੱਕੇ ਆ। ਜਿਹੜੇ ਤੇ ਨਿਰਪੱਖ ਹਿੱਸੇ ਆ ਉਹ ਨਿਰਪੱਖ ਸੋਚ ਰੱਖਦੇ ਆ, ਤੇ ਜਿਹੜੇ ਥਾਪੇ ਗਏ ਨੇ ਸਰਕਾਰਾਂ ਵੱਲੋਂ ਜਾਂ ਕਿਸੇ ਏਜੰਸੀਆਂ ਵੱਲੋਂ, ਉਹ ਉਹਨਾਂ ਦੀ ਝੋਲੀ 'ਚ ਪੈ ਕੇ ਉਹਨਾਂ ਦੀ ਬੋਲੀ ਬੋਲਦੇ ਆ। ਜੇ ਕਿਤੇ ਅੱਜ ਉਹ ਸਿੱਧੇ ਹੋ ਕੇ ਚੱਲਣ, ਉਹਨਾਂ 'ਚ ਦਮਖਮ ਹੋਵੇ ਟਕਸਾਲ ਵਾਲਾ, ਤੇ ਇਹ ਗੱਲਾਂ ਕੋਈ ਦੂਰ ਨਹੀਂ ਸੀਗੀਆਂ। ਕਿਤੇ ਸਰਕਾਰਾਂ ਕੋਲ ਇਨਸਾਫ ਮੰਗਣ ਦੀ ਲੋੜ ਵੀ ਨਹੀਂ ਸੀ ਰਹਿਣੀ। ਉਹ ਆਪਣੇ ਆਪ ਛਬੀਲਾਂ ਵੀ ਲਾ ਲੈਂਦੇ ਆ, ਬੜਾ ਕੁਝ ਕਰ ਸਕਦੇ ਆ। ਲੇਕਿਨ ਜਦੋਂ ਉਹਨਾਂ ਉਹ ਬੋਲੀ ਬੋਲਣੀ ਨਹੀਂ, ਕਿੱਥੇ ਪੰਜਾਬ ਦੀਆਂ ਪੰਥਕ ਪਾਰਟੀਆਂ ਦੇ ਲੀਡਰ ਦਮਦਮੀ ਟਕਸਾਲ ਕੋਲ ਜਾ ਕੇ ਪੈਰਾਂ 'ਚ ਬੈਠਦੇ ਸੀ, ਤੇ ਅੱਜ ਟਕਸਾਲ ਦਾ ਮੁਖੀ ਉਹਨਾਂ ਦੇ ਪੈਰਾਂ 'ਚ ਬੈਠਦਾ, ਤੇ ਕੀ ਆਸ ਰੱਖਣੀ ਉਹਨਾਂ ਕੋਲ? ਇਹ ਕੌੜਾ ਸੱਚ ਆ। ਇਸ ਨੂੰ ਲੋਕ ਮੰਨਣ ਨਾ ਮੰਨਣ ਉਹਨਾਂ ਦੇ ਮਨ ਦੀ ਮਰਜ਼ੀ ਆ, ਕਿਉਂਕਿ ਅੱਜ ਕੱਲ੍ਹ ਝੂਠ ਦਾ ਬੋਲਬਾਲਾ ਬੜਾ ਵਾ, ਤੇ ਝੂਠ ਦੇ ਉੱਤੇ ਪ੍ਰਚਾਰ ਵੀ ਬੜਾ ਝੂਠ ਦਾ। ਸੋ ਜੇ ਸਿੰਸੀਅਰ ਹੋਣ, ਵੇਖੋ ਇਸ ਮੁੱਦੇ ਤੇ ਹੋਣਾ ਵੀ ਚਾਹੀਦਾ। ਜੇ ਅਸੀਂ ਗੁਰੂ ਪ੍ਰਤੀ ਸਿੰਸੀਅਰ ਨਹੀਂ ਹੋਏ, ਫਿਰ ਅਸੀਂ ਹੋਣਾ ਕਿਹਦੇ ਪ੍ਰਤੀ? ਫਿਰ ਅਸੀਂ ਮਨੁੱਖਾਂ ਪ੍ਰਤੀ ਕਿੱਦਾਂ ਕਰਨਾ? ਪੜ੍ਹੀਏ ਅਸੀਂ ਰੋਜ਼ ਜਾਂਦੇ ਆ, ਮਾਨਕ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ, ਭਗਵਾਨ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਵਿੱਚ ਸਾਰੀ ਬਾਣੀ, ਸਾਰਾ ਤੱਤ ਮਨੁੱਖਤਾ ਵਾਸਤੇ ਉਪਦੇਸ਼ ਆ, ਅਧਿਆਤਮਕਵਾਦ ਨਾਲ ਜੁੜਨ ਦਾ, ਚੰਗੇ ਕਿਰਦਾਰ ਘੜਨ ਦਾ। ਤੇ ਜੇ ਅਸੀਂ ਉਹਦੇ ਨਾਲ ਨਹੀਂ ਲੱਗ ਸਕੇ, ਉਹਦੀ ਕਹੇ ਨਹੀਂ ਮੰਨ ਸਕੇ, ਜਾਂ ਉਹਦੇ ਨਾਲ ਨਿਭ ਨਹੀਂ ਸਕੇ, ਤੇ ਫਿਰ ਇਹੀ ਟਕਸਾਲ ਆ ਜਿਹੜਾ ਇੱਕ ਮੁਖੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਅਰਦਾਸ ਕਰਕੇ ਜਾਨਾਂ ਦੇ ਗਿਆ ਸੀ, ਉੱਥੋਂ ਪਾਸੇ ਨਹੀਂ ਹਿੱਲਿਆ। ਤੇ ਅੱਜ ਉਸ ਚੀਜ਼ ਨੂੰ ਕਾਇਮ ਰੱਖਣ ਦੀ ਜ਼ਰੂਰਤ ਆ। ਮੈਂ ਤੇ ਆਪ ਜੀ ਨੂੰ ਇੰਨਾ ਹੀ ਕਹਿਣਾ। ਬਹੁਤ ਧੰਨਵਾਦ ਤੁਹਾਡਾ। ਤੁਸੀਂ ਜ਼ਿਕਰ ਕੀਤਾ ਕਿ ਸ਼ਬੀਲਾ ਉਹ ਸਿਰਸੇ ਵੀ ਲਾ ਸਕਦੇ ਸੀ। ਜਦੋਂ ਸਿਰਸੇ ਵਾਲੇ ਨੇ ਨਕਲੀ ਬਾਣਾ ਪਹਿਨ ਕੇ ਨਕਲੀ ਜੋ ਢੌਂਗ ਰਚਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਉਸਨੇ ਸਰੂਪ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਤੇ ਜਾਮੇ ਇਨਸਾਨ ਤਿਆਰ ਕੀਤਾ ਸੀਗਾ, ਉੱਥੇ ਵੀ ਇਹ ਸ਼ਬੀਲ ਲੱਗ ਸਕਦੀ ਸੀਗੀ ਦਮਦਮੀ ਟਕਸਾਲ ਦੀ। ਬਾਬਾ ਜੀ, ਸਮਾਂ ਬੜਾ ਥੋੜਾ ਰਹਿ ਗਿਆ ਹੈ, ਤੇ ਇੱਕ ਵਾਰ ਫੇਰ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਇਹੋ ਜਿਹੀ ਚੇਤਾਵਨੀ ਦਈਏ ਇਸ ਨਵੀਂ ਸਰਕਾਰ ਨੂੰ, ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮਾਮਲਾ, ਜਿਸ ਦੀਆਂ ਕਿ ਬਹੁਤ ਸਾਰੀਆਂ ਜਾਂਚਾਂ ਹੋ ਚੁੱਕੀਆਂ ਨੇ, ਸਾਰੀ ਜਾਣਕਾਰੀ ਸਰਕਾਰ ਦੇ ਉੱਤੇ ਹੈ, ਉਹਨਾਂ ਦੇ ਕੋਲ ਇਕੱਠੀ ਹੋ ਚੁੱਕੀ ਆ। ਉਹਨਾਂ ਨੂੰ ਕਿਸੇ CBI ਦੇ ਕੋਲ, ਕਿਸੇ ਸੁਪਰੀਮ ਕੋਰਟ ਜਾਣ ਦੀ ਕੋਈ ਲੋੜ ਨਹੀਂ ਹੈਗੀ।
ਤੇ ਹੁਣ ਉਹਨਾਂ ਨੂੰ ਇਹਦੇ ਉੱਤੇ ਐਕਸ਼ਨ ਲੈਣ ਦੀ ਲੋੜ ਹੈਗੀ ਆ। ਬਾਬਾ ਜੀ, ਤੁਹਾਡੇ ਸ਼ਬਦ ਅਖੀਰ ਦੇ ਵਿੱਚ ਆਪਾਂ ਸੁਣ ਕੇ ਫਿਰ ਅਸੀਂ ਸੰਗਤਾਂ ਦੇ ਨਾਲ ਕੁਝ ਵਿਚਾਰ ਕਰਦੇ ਹਾਂ ਜੀ। ਬਾਬਾ ਜੀ। ਆਪ ਜੀ ਭਾਈ ਸੁੰਦਰਪਾਲ ਸਿੰਘ ਜੀ, ਜਦੋਂ ਹੱਥ ਵਿੱਚ ਤਾਕਤ ਹੋਵੇ ਨਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੰਦੂ ਦੇ ਨੱਕ 'ਚ ਨਕੇਲ ਪਾਉਣ ਵਾਸਤੇ ਗਵਾਲੀਅਰ ਦੀ ਜੇਲ੍ਹ ਕੱਟਣੀ ਪਈ ਸੀ। ਫੇਰ ਜਾ ਕੇ ਕਿਤੇ ਸਰਕਾਰਾਂ ਦੇ ਨਾਲ ਅਸਲੀਅਤ ਦਾ ਪਤਾ ਲੱਗਿਆ ਸੀ। ਇੱਥੇ ਅਸਲੀਅਤ ਸਾਹਮਣੇ ਆ। ਜਿਵੇਂ ਡਾਕਟਰ ਸਾਹਿਬ ਜੀ ਨੇ ਕਿਹਾ, ਕਾਲੂ ਸਾਹਿਬ ਨੇ, ਵੀ ਚਾਰੇ ਰਿਪੋਰਟਾਂ ਨੂੰ ਆਪਾਂ ਇੱਕ ਕਰ ਸਕਦੇ ਹਾਂ। ਗੌਰਮੈਂਟ ਕੁਝ ਵੀ ਕਰ ਸਕਦੀ ਹੈ, ਇਸ ਟਾਈਮ ਇਹਦੇ ਹੱਥ ਵਿੱਚ ਤਾਕਤ ਹੈ। ਉਹ ਕਰਕੇ ਜੇ ਇਨਸਾਫ ਦੇਣਾ ਚਾਹੇ, ਜਿਵੇਂ ਕਾਲੂ ਸਾਹਿਬ ਨੇ ਕਿਹਾ, 24 ਘੰਟੇ ਵਿੱਚ ਵੀ ਕੰਮ ਹੋ ਸਕਦਾ ਹੈ। ਇਹ ਤਾਂ ਉਮੀਦਾਂ ਤੇ ਆਸਾਂ ਆਪਾਂ ਸਾਰੇ ਪਾਸੇ ਲਾਈਆਂ ਨੇ, ਪਰ ਇਹ ਹੁਣ ਕਿੰਨਾ ਕੁ ਕਰਦੇ ਨੇ। ਮੈਂ ਤੁਹਾਡੇ ਸਿੱਖ ਚੈਨਲ ਦੇ ਜ਼ਰੀਏ, ਤੁਹਾਡੇ ਨਹੀਂ, ਆਪਣੇ ਕੌਮ ਦੇ ਸਿੱਖ ਚੈਨਲ ਦੇ ਜ਼ਰੀਏ, ਮੈਂ ਆਪ ਤੁਹਾਡੇ ਮਾਧਿਅਮ ਰਾਹੀਂ ਮੈਂ ਜਿਹੜੀ ਸਰਕਾਰ ਇਸ ਟਾਈਮ ਆਪ ਦੀ ਸਰਕਾਰ ਹੈ, ਆਮ ਪਾਰਟੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਪੂਰੀ ਸਿੱਖ ਕੌਮ ਵੱਲੋਂ ਕਿ ਸੰਜੀਦਗੀ ਦੇ ਨਾਲ ਇਹ ਮੁੱਦਾ ਕੱਲੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨ ਲੋਕ ਦੇ ਮਾਲਕ ਨੇ, ਸਭ ਦੇ ਮਾਲਕ ਨੇ, ਰੱਬ ਨੇ, ਨਿਰੰਕਾਰ ਨੇ। ਇਹ ਚੀਜ਼ ਨੂੰ ਕਿਤੇ ਢਿੱਲੇ ਹੱਥੀਂ, ਢਿੱਲੀ ਰਾਜਨੀਤੀ ਵਰਤਦੇ ਹੋਏ ਫਾਇਦਾ ਲੈਣ ਬਾਰੇ ਨਾ ਸੋਚਿਆ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦਾ ਧਰਮ ਤੇ ਫਰਜ਼ ਸਮਝਦੇ ਹੋਏ ਆਪਣਾ ਇਹ ਕੰਮ ਨੂੰ ਲੋੜੀਂਦਾ ਕੀਤਾ ਜਾਵੇ ਔਰ ਸਿੱਖ ਕੌਮ ਸਾਰੀ ਇਕਜੁੱਟ ਹੋਵੇ ਔਰ ਅਸੀਂ ਇੱਕ ਸਾਂਝਾ, ਜਿਵੇਂ ਦੇਖੋ ਕਾਲੂ ਸਾਹਿਬ ਨੇ ਕਿਹਾ 16,000 ਤੋਂ ਉੱਪਰ ਸਥਾਨ ਹੈ ਛੋਟੇ ਵੱਡੇ ਸੰਤਾਂ ਦੇ, ਮਹਾਂਪੁਰਸ਼ਾਂ ਦੇ। ਔਰ ਜੇ ਕਿਤੇ 100 ਇਹ ਬਿਲਕੁਲ ਆਹ ਜਿਹੜੀ ਕਲਿੱਪ ਹੈ ਕੱਟ ਕੇ ਨਾ ਸਿੱਖ ਕੌਮ ਦੀ ਕੱਲੇ ਕੱਲੇ ਸਥਾਨ ਤੇ ਭੇਜੀ ਜਾਵੇ। ਔਰ ਟਕਸਾਲ ਦੀ ਜਿਹੜੀ ਗੱਲ ਚੱਲੀ ਸੀ, ਮੈਂ ਸੋਚਦਾ ਟਕਸਾਲ ਅੱਜ ਵੜਕ ਮਾਰ ਦੇਵੇ। ਅੱਜ ਸਰਕਾਰਾਂ ਹਿੱਲ ਜਾਣਗੀਆਂ। ਕੱਲੀ ਹਿੰਦੁਸਤਾਨ ਦੀ ਸਰਕਾਰ ਨਹੀਂ, ਕੱਲੀ ਬੇਅਦਬੀਆਂ ਵਾਲਾ ਮੁੱਦਾ ਨਹੀਂ, ਟਕਸਾਲ ਬੋਲਦੀ ਹੈ, ਵਰਲਡ ਹਿੱਲ ਜਾਂਦਾ। ਪਰ ਜੇ ਕੋਈ ਬੋਲੇ ਤਾਂ, ਜੇ ਅੱਜ ਵੀ ਬੋਲਣ, ਅਸੀਂ ਟਕਸਾਲ ਦੇ ਨਾਲ ਹਾਂ। ਕਿਉਂ? ਦੇਖੋ ਅਕਾਲ ਤਖਤ ਸਾਹਿਬ, ਇਹ ਜਿਹੜੀਆਂ ਗੁਰੂ ਸਾਹਿਬ ਤੋਂ ਟਕਸਾਲਾਂ ਚੱਲਦੀਆਂ ਆਉਂਦੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਚੱਲਦੀਆਂ ਆਉਂਦੀਆਂ ਨੇ, ਗੁਰੂ ਸਾਹਿਬ ਤੋਂ ਇਹਨਾਂ ਦਾ ਬੋਲਿਆ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਔਰ ਜਦ ਆਪਾਂ ਬਹੁਤ ਨਿੱਕੇ ਆ, ਕੀੜੇ ਆ, ਅਸੀਂ ਨਾਲ ਲੱਗ ਕੇ, ਅਸੀਂ ਸਿੱਖ ਸੰਗਤਾਂ ਨੇ ਸੇਧ ਉਹਨਾਂ ਤੋਂ ਲੈਣੀ ਆ। ਉਹਨਾਂ ਨੇ ਅੱਗੇ ਹੋ ਕੇ ਜਰਨੈਲ ਬਣ ਕੇ, ਇਹ ਪਹਿਲਾਂ ਤੋਂ ਹੁੰਦਾ ਆ। ਸਿੱਖ ਕੌਮ ਦੇ ਜਿਹੜੇ ਮਹਾਨ ਸੰਸਥਾਵਾਂ ਗੁਰੂ ਸਾਹਿਬ ਵੱਲੋਂ ਥਾਪੀਆਂ ਨੇ, ਉਹਨਾਂ ਦੀ ਆਵਾਜ਼ ਨੂੰ ਕਬੂਲਿਆ ਸੰਗਤ ਨੇ। ਅਸੀਂ ਅੱਜ ਵੀ ਕਬੂਲਾਂਗੇ। ਉਹ ਮਾਰਨ ਆਵਾਜ਼ ਸਾਡੇ ਸੀਸ ਹਾਜ਼ਰ ਨੇ। ਤੁਹਾਨੂੰ ਮੈਂ ਇੱਕ ਗੱਲ ਸਾਰੀ ਕੌਮ ਨੂੰ ਚੇਤੇ ਕਰਾਵਾਂ, ਬਰਗਾੜੀ ਮੋਰਚੇ ਵਿੱਚ ਉਹ ਲਿਸਟ ਨਸਰ ਨਹੀਂ ਕੀਤੀ ਗਈ ਜਿਹੜੀ ਲਿਸਟ ਉੱਤੇ ਭੈਣਾਂ, ਬੀਬੀਆਂ, ਮਾਵਾਂ, ਬੱਚੀਆਂ, ਬਜ਼ੁਰਗਾਂ ਨੇ ਸ਼ਹੀਦੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਦਿੱਤਾ ਸੀ। ਜਥੇਦਾਰ ਸਾਹਿਬ ਨੂੰ ਕਿਹਾ ਸੀ, ਤੁਹਾਤੋਂ ਪਹਿਲਾਂ ਅਸੀਂ ਮਰਾਂਗੇ। ਇਹ ਕੌਮ ਦਾ ਜਜ਼ਬਾ ਉਹੀ ਆ ਮੇਰੇ ਖਿਆਲ ਨਾਲ। ਜਿਵੇਂ ਕਾਲੂ ਸਾਹਿਬ ਨੇ ਕਿਹਾ, ਆਪਣਾ ਫਰਜ਼ ਤੇ ਧਰਮ ਵਸਾਉਂਦੇ ਹੋਏ ਅੱਗੇ ਆਉਣ। ਉਹਨਾਂ ਨੂੰ ਆਉਣਾ ਚਾਹੀਦਾ, ਆਵਾਜ਼ ਮਾਰਨੀ ਚਾਹੀਦੀ ਆ। ਜਿਹਨਾਂ ਉਹਨਾਂ ਨੂੰ ਪਤਾ, ਸਾਰਿਆਂ ਨੂੰ ਪਤਾ ਕਿੰਨਾ ਰੁਤਬਾ ਹੈ ਉਹਨਾਂ ਦਾ, ਔਰ ਉਹਨਾਂ ਦੀ ਕਿੰਨੀ ਆਵਾਜ਼ ਵਿੱਚ ਕਿੰਨੀ ਤਾਕਤ ਹੈ। ਉਹ ਜਦੋਂ ਬੋਲੀ, ਜਦੋਂ ਸ਼ੇਰ ਦਾ ਬੱਚਾ ਨਾ ਸ਼ੇਰ ਬਾਬਕ ਮਾਰਦਾ ਹੈ, ਤਾਂ ਸ਼ੇਰ ਦੇ ਬੱਚੇ ਨੂੰ ਪਤਾ ਲੱਗ ਜਾਂਦਾ, ਮੈਂ ਬੱਕਰੀਆਂ ਭੇਡਾਂ 'ਚ ਇਹ ਨਹੀਂ ਮੇਰੀ ਬੋਲੀ, ਆਹ ਅਸਲ ਬੋਲੀ ਆਹ ਆ। ਕਿਤੇ ਨਾ ਕਿਤੇ ਸਿਧਾਂਤ ਤੋਂ ਅਸੀਂ ਡਿੱਗੇ ਹਾਂ, ਕਿਤੇ ਨਾ ਕਿਤੇ ਇਹ ਫਰਕ ਪਿਆ। ਇਹਨੂੰ ਪਛਾਣਨ ਦੀ ਲੋੜ ਹੈ ਸਾਨੂੰ। ਭਾਈ ਸੁੰਦਰਪਾਲ ਸਿੰਘ ਜੀ। ਠੀਕ ਹੈ ਬਾਬਾ ਜੀ, ਬਹੁਤ ਬਹੁਤ ਧੰਨਵਾਦ। ਸਮਾਂ ਹੋਰ ਆਗਿਆ ਨਹੀਂ ਦੇ ਰਿਹਾ ਹੈ, ਤੇ ਜਿਵੇਂ ਕਹਿ ਦਿੰਦੇ ਆ ਕਿ ਅਸੀਂ ਜਬੇ ਬਾਣ ਲਾਗਿਓ ਤਬੈ ਰੋਹ ਜਾਗਿਓ। ਬਾਣ ਤਾਂ ਸਾਨੂੰ 7 ਸਾਲ ਪਹਿਲਾਂ ਦਾ ਲੱਗ ਚੁੱਕਾ ਹੈ ਤੇ ਅਸੀਂ ਹਲੇ ਜਾਗੇ ਨਹੀਂ ਹੈਗੇ। ਅੱਜ ਦੀ ਜਿਹੜੀ ਗੱਲਬਾਤ ਹੋਈ ਆ, ਜੋ ਅਸਲੀ ਰੂਹਾਂ ਨੇ ਆਪਣੇ ਵਚਨ ਤੁਹਾਡੇ ਨਾਲ ਸਾਂਝੇ ਕੀਤੇ ਆ, ਬਾਬਾ ਫੌਜਾ ਸਿੰਘ ਜੀ ਤੇ ਗੁਰਪਾਲ ਸਿੰਘ ਕਾਲੂ ਜੀ ਨੇ, ਅਗਰ ਇਹ ਗੱਲਾਂ ਬਾਤਾਂ ਸੁਣ ਕੇ ਵੀ ਅਸੀਂ ਨਾ ਜਾਗੇ ਤੇ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਕਦੇ ਨਾ ਕਦੇ ਉਹ ਮੌਕਾ ਕਦੇ ਵੀ ਨਹੀਂ ਆਵੇਗਾ ਕਿ ਸਿੱਖ ਕੌਮ ਨੂੰ ਇਨਸਾਫ ਮਿਲ ਸਕੇਗਾ। ਸੋ ਅਖੀਰ ਦੇ ਉੱਤੇ ਇਹੀ ਗੱਲ ਕਹਾਂਗੇ ਕਿ ਗੱਲ ਸਮੇਂ ਨੇ ਆਪਣੀ ਆਖ ਦਿੱਤੀ, ਅਰਥ ਕੱਢਣੇ ਕੰਮ ਜਵਾਨੀਆਂ ਦਾ,
ਉਸ ਕੌਮ ਨੂੰ ਸਮਾਂ ਨਹੀਂ ਮਾਫ ਕਰਦਾ ਜਿਹੜੀ ਮੁੱਲ ਨਹੀਂ ਪਾਉਂਦੀ ਕੁਰਬਾਨੀਆਂ ਦਾ। ਬਰਗਾੜੀ ਮੋਰਚੇ ਦੇ ਦੌਰਾਨ ਜਿਹੜੀਆਂ ਕੁਰਬਾਨੀਆਂ ਹੋਈਆਂ ਜਾਂ ਜਿੰਨੇ ਵੀ ਮੋਰਚੇ ਲੱਗੇ ਨੇ, ਜੈਤੋ ਦਾ, ਗੰਗਸਰ ਦਾ ਮੋਰਚਾ ਲੱਗੇ ਨੇ, ਉਹਨਾਂ ਮੋਰਚਿਆਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਵਿੱਤਰਤਾ ਹੈ ਉਸ ਨੂੰ ਹਮੇਸ਼ਾ ਹੀ ਬਰਕਰਾਰ ਰੱਖਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਪਰ ਜੇ ਅਸਲ ਵਿੱਚ ਅਸੀਂ ਸਿੱਖ ਹਾਂ ਤਾਂ ਸਾਨੂੰ ਇਸ ਗੱਲ ਦੀ ਜਿਹੜੀ ਪਛਾਣ ਹੋ ਜਾਣੀ ਚਾਹੀਦੀ ਆ। ਉਹਨਾਂ ਸ਼ਬਦਾਂ ਦੇ ਨਾਲ ਬਾਬਾ ਫੌਜਾ ਸਿੰਘ ਜੀ ਆਪ ਜੀ ਦਾ, ਡਾਕਟਰ ਕਾਲੂ ਸਾਹਿਬ ਜੀ ਦਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਆਪ ਜੀ ਤੋਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।